श्री वाहिगुरु जी। सतनाम श्री वाहिगुरु साहिब जी। दंडोत वंदन अनेक बार सर्व कला समरथ। डोलन ते राखो प्रभु, नानक दे कर
ਹੱਥ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇਕ ਅਦੁੱਤੀ ਗੁਰੂ ਨਾਨਕ ਦੇਵ, ਓੰਕਾਰ ਗੁਰ ਅੰਗਦ ਅਭੇਦ। ਸਤਿਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰ ਬਾਰੇ। ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ, ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਰਜੁਨੀ ਤੇਗ ਬਹਾਦਰ ਰਾਏ, ਸੈਭੰ ਗੁਰ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਵਾਨ। ਕਹਾ ਬੁੱਧ ਪ੍ਰਭ ਤੁਛ ਹਮਾਰੇ, ਮਹਿਮਾ ਜੋ ਵਰਣਤ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਹਰ ਕਥਾ ਸੁਧਾਰੀ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ
ਹਰ ਮਨ ਬਸਤ ਨਾਨਕ ਹੋਤ ਬੇਸ਼ੁਮਾਰ ਅਥਾਹ ਅਗਨਿਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਅਨ ਕੈ ਰਾਤੜਿਆ ਬਾਟ ਦੁਹੇਲੀ ਰਾਮ। ਅਨ ਕੈ ਰਾਤੜਿਆ ਰਾਮ। ਅਨ ਕੈ ਰਾਤੜਿਆ ਬਾਟ ਦੁਹੇਲੀ ਰਾਮ। ਪਾਪ ਕੁਮਾਵਤਿਆ ਪਾਪ ਕੁਮਾਵਤਿਆ ਤੇਰਾ ਕੋਈ ਨਾ ਬੇਲੀ ਰਾਮ। ਤੇਰਾ ਕੋਈ ਨਾ ਬੇਲੀ ਰਾਮ। ਅਨ ਕੈ ਰਾਤੜਿਆ ਬਾਟ ਦੁਹੇਲੀ ਰਾਮ। ਅਨ ਕੈ ਰਾਤੜਿਆ ਬਾਟ ਦੁਹੇਲੀ ਰਾਮ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਗੁਣ ਗੋਪਾਲ ਨ ਜਪਈ ਰਸਨਾ ਫਿਰ ਕਦੋਂ ਸੇ ਤੇ ਆਵੇ।
ਗੁਣ ਗੋਪਾਲ ਨ ਜਪਈ ਰਸਨਾ ਫਿਰ ਕਦੋਂ ਸੇ ਦੇਹ ਆਵੇ ਫਿਰ ਕਦੋਂ ਸੇ ਦੇਹ ਆਵੇ ਫਿਰ ਕਦੋਂ ਸੇ ਦੇਹ ਆਵੇ ਅਨਕਏ ਰਤੜਿਆ ਆਟ ਦੋਹੇਲੀ ਰਾਮ ਅਨਕਏ ਰਤੜਿਆ ਆਟ ਦੋਹੇਲੀ ਰਾਮ ਪਾਪ ਕੁਮਾਵਦਿਆ ਪਾਪ ਕੁਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਅਨਕਏ ਰਤੜਿਆ ਆਟ ਦੋਹੇਲੀ ਰਾਮ ਅਨਕਏ ਰਤੜਿਆ ਆਟ ਦੋਹੇਲੀ ਰਾਮ ਤਰਵਰ ਵਿਛੁੰਨੇ ਮਹਿ ਪਾਤ ਜੁੜਤੇ ਜਮ ਮਗ ਕੌਣ ਅਕੇਲੀ ਤਰਵਰ ਵਿਛੁੰਨੇ ਮਹਿ ਪਾਤ ਜੁੜਤੇ ਜਮ ਮਗ ਕੌਣ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੋਹੇਲੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੋਹੇਲੀ ਸਦਾ ਫਿਰਤ ਦੋਹੇਲੀ ਸਦਾ ਫਿਰਤ ਦੋਹੇਲੀ ਅਨਕਏ
ਦਿਆ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਅਨਕਾਏ ਰਾਤੜਿਆ ਬਾਟ ਨੋਹੇਲੀ ਰਾਮ ਅਨਕਾਏ ਰਾਤੜਿਆ ਤੇਰਾ ਕੋਈ ਨਾ ਬੇਲੀ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਵਾਹਿਗੁਰੂ। ਬਾਰੀ ਆਈ ਜੀ ਤੁਰ ਜਾਗਣਾ ਬਾਰੀ ਆਈ ਜੀ ਤੁਰ ਜਾਗਣਾ ਬੈਠਣਾ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਣਾ ਜੀ ਇੱਥੇ ਬੈਠਣਾ ਕਿਸੇ ਨੇ ਰਹਿਣਾ ਵਾਰੀ ਆਈ ਤੁਰ ਜਾਣਾ
ਵਾਰੀ ਆਈ ਜੀ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ। ਤੇ ਬੈਠਣਾ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ ਜੀ ਇੱਥੇ ਬੈਠਣਾ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ। एक शिव भये एक गए एक फेर पहे। रामचंद्र कृष्ण के अवतार भी अनेक हैं। ब्रह्मा और विष्णु केते वेद और पुराण केते। ब्रह्मा और विष्णु केते वेद और पुराण केते। सिमरत समूहन कै हुए बिते हैं। मुदार केते असनी कुमार केते। मोन दी मुदार केते असनी कुमार केते। आसा अवतार केते काल बस पे हैं।
गंबर केते गने ना परत एते। तीर ओप गंबर केते गने ना परत एते। भूम ही ते हुए कै फिर भूम ही मिले हैं। गंबर केते गने ना परत एते। तीर्यो गंबर केते गने ना परत एते। भूम ही ते हुए कै फिर भूम ही मिले हैं। चिंता ताकी कीची है जो अनहोनी होए। यह मार्ग संसार को नानक थिर नहीं कोई। जो उपज्यो सो बिनस है परो आज कै काल। नानक हर गुण गाए ले छाड़ सगल जंजाल। जग रचना सब झूठ है जान ले हो रे मीत। कह नानक थिर ना रहे ज्यों बालू की पीत। राम गयो रावण गयो जाको बहु परवार। कहो नानक थिर कछ नहीं सुपने ज्यों संसार। कहो नानक थिर कछ नहीं सुपने ज्यों संसार। परम सन्मानयोग गुरु की साजी निबाजी गुरु रूप खालसा साध संगत जीओ। आओ अज आपां सारियां ही संगतां बहुत ही दुख की घड़ी दे विच सतगुरु जी दे पावन चरना कमलों में पहुँच करके परिवार की दुख की घड़ी दे विच शरीक होए हैं। सतगुरु पातशाह चबर छत्र तख्त दे मालिक गुरता गद्दी ते सुभाए मान। दसां ही पातशाहियां जी दी जोत। धन धन सतगुरु साहिब श्री गुरु ग्रंथ साहिब जी महाराज। सतगुरु जी के पावन चरना कमलों में संगति रूप में एकत्र हो के जो कि साडे बहुत ही सत्कारयोग भाई साहब सरदार बुद्ध सिंह जी जिन्हें वाहिगुरु जी ने इन्हों सवासां रूपी पूंजी बख्शिश करके इस मातलोक की धरती ते भेजिया सी। उन्हां प्राणां नूं सवासां नूं संपूर्ण करते हुए मातलोक की यात्रा करते हुए परिवार नूं नगर नूं सरबत संगतां नूं कुछ दिन पहला तन करके सਦੀव विछोड़ा दे गए हैं। सो अज आपां सारियां संगतां परिवार दे नाल आ के दुख वंडाया दुख की घड़ी विच शरीक होए है और नाल ही
ਸੰਗਤ ਰੂਪ ਵਿੱਚ ਵਾਹਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਇਕੱਤਰ ਹੋ ਕੇ ਜੋ ਸਾਹਿਬ ਨੇ ਆਪਣੀ ਝੋਲੀ ਦੇ ਵਿੱਚ ਮਰਿਆਦਾ ਪਾਈ ਹੈ, ਜੈਸੋ ਗੁਰੂ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ। ਸਤਿਗੁਰੂ ਜੀ ਨੇ ਜੋ ਮਰਿਆਦਾ ਬੰਨੀ ਹੈ ਕਿ ਨਾਂਗੇ ਆਵਣ ਨਾਂਗੇ ਜਾਵਣ, ਹਰ ਹੁਕਮ ਪਿਆਗਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉ ਕੀਜੈ। ਗੁਰਮੁਖ ਹੋਏ ਸੋ ਪਾਣਾ ਮੰਨੇ, ਸਹਜੇ ਹਰ ਰਸ ਪੀਜੈ। ਸੋ ਆਓ ਗੁਰਮੁਖਾਂ ਵਾਲੀ ਬਿਰਤੀ ਧਾਰਨ ਕਰਦੇ ਹੋਏ ਸੰਗਤ ਰੂਪ ਵਿੱਚ ਇਕੱਤਰ ਹੋ ਕੇ ਕੀਰਤਨ ਭਗਤੀ ਦੁਆਰਾ ਭਾਈ ਸਾਹਿਬ ਸਰਦਾਰ ਬੁੱਧ ਸਿੰਘ ਜੀ ਸਾਡੇ ਵੱਡੇ ਵੀਰ, ਉਹਨਾਂ ਦੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸੋ ਇਹ ਅਸੀਸ ਬੇਨਤੀ ਜੋਦੜੀ ਕਰਨ ਵਾਸਤੇ ਨਿਰੰਕਾਰ ਦੇ ਪਾਵਨ ਚਰਨਾਂ ਕਮਲਾਂ ਵਿੱਚ ਸੰਗਤੀ ਰੂਪ ਵਿੱਚ ਇਕੱਤਰ ਹੋਏ ਹਾਂ। ਤੋ ਜਦੋਂ ਕਦੇ ਇਹੋ ਜਿਹਾ ਭਾਣਾ ਵਰਤ ਜਾਂਦਾ ਹੈ ਜੋ ਕਿ ਸੰਸਾਰ ਦੀ ਰਚਨਾ ਵੀ ਹੈ, ਸਤਿਗੁਰੂ ਜੀ ਆਪਾਂ ਨੂੰ ਸਮਝਾਉਂਦੇ ਹੈ, ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਵੀ ਜੀਵ ਪੈਦਾ ਹੋ ਗਿਆ ਉਹਨੇ ਇੱਕ ਦਿਨ ਜ਼ਰੂਰ ਬਿਨਸ ਜਾਣਾ ਹੈ, ਆਪਣੀ ਪਰਲਬਧ ਨੂੰ ਸੰਪੂਰਨ ਕਰਕੇ। ਇਸ ਕਰਕੇ ਗੁਰੂ ਕੀ ਸੰਗਤ ਪਰੋ ਆਜ ਕੈ ਕਾਲ, ਅੱਜ ਜਾਂ ਕੱਲ ਮਹਾਰਾਜ ਕਹਿੰਦੇ ਐਸਾ ਸਮਾਂ ਵਰਤ ਜਾਣਾ, ਹਰੇਕ ਜੀਵ ਦੇ ਸਿਰ 'ਤੇ ਮੌਤ ਖੜੀ ਹੈ। ਬਾਬਾ ਜੀ ਦਾਸ ਦੇ ਗੁਰਦੇਵ ਸ੍ਰੀ ਹਜ਼ੂਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੀਰਾਂ ਵਾਲੇ ਬਾਬਾ ਜੀ ਵਚਨ ਕਰਿਆ ਕਰਦੇ ਸਨ ਕਿ 101 ਤਰ੍ਹਾਂ ਦੀ ਮੌਤ ਜੀਵ ਦੇ ਸਿਰ 'ਤੇ ਖੜੀ ਹੈ। ਕਾਲ ਹਰ ਵੇਲੇ ਕੋਸ਼ਿਸ਼ ਕਰਦਾ ਰਹਿੰਦਾ ਵੀ ਕਦੋਂ ਸਮਾਂ ਬਣ ਜਾਵੇ, ਮੈਂ ਇਹਨੂੰ ਆਪਣੇ ਕਲਾਵੇ ਵਿੱਚ ਲੈ ਲਵਾਂ, ਮੈਂ ਇਹਨੂੰ ਝਪਟ ਮਾਰ ਲਵਾਂ। ਤੋ ਆਪਾਂ ਦੇਖਦੇ ਹਾਂ ਕਿ ਸਮੇਂ-ਸਮੇਂ 'ਤੇ ਸੰਸਾਰ ਦੇ ਵਿੱਚ ਆਪਾਂ ਵਿਚਰਦੇ ਹਾਂ, ਹਰ ਵੇਲੇ ਮੌਤ ਦਾ ਛਾਇਆ ਹਰੇਕ ਜੀਵ ਦੇ ਸਿਰ 'ਤੇ ਰਹਿੰਦਾ ਹੈ। ਬਾਬਾ ਜੀ ਵਚਨ ਕਰਦੇ ਸਨ 101 ਤਰ੍ਹਾਂ ਦੀ ਮੌਤ ਹਰੇਕ ਜੀਵ ਦੇ ਸਿਰ 'ਤੇ ਖੜੀ ਹੈ, ਪਰ 100 ਤਰ੍ਹਾਂ ਦੀ ਮੌਤ ਨੂੰ ਉਪਾਅ ਦੇ ਨਾਲ ਟਾਲਿਆ ਜਾ ਸਕਦਾ ਹੈ। ਆਪਾਂ ਜਦੋਂ ਕੋਈ ਸਰੀਰ ਨੂੰ ਰੋਗ ਲੱਗ ਜਾਂਦਾ ਹੈ ਤਾਂ ਆਪਾਂ ਸਾਹ ਸੰਬੰਧੀ ਦਵਾਈ ਲੈਂਦੇ ਹਾਂ, ਅਨੇਕਾਂ ਤਰ੍ਹਾਂ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਮੌਤ ਨਾ ਆ ਜਾਵੇ। ਤੋ ਜਿਹੜੀ 100 ਤਰ੍ਹਾਂ ਦੀ ਮੌਤ ਹੈ ਉਹਨੂੰ ਆਪਾਂ ਉਪਾਵਾਂ ਦੇ ਨਾਲ ਟਾਲ ਲੈਂਦੇ ਹਾਂ ਆਪਣੀ ਕੋਸ਼ਿਸ਼ ਕਰਕੇ। ਪਰ ਬਾਬਾ ਜੀ ਵਚਨ ਕਰਦੇ ਸਨ ਜਿਹੜੀ ਇੱਕ ਤਰ੍ਹਾਂ ਦੀ ਮੌਤ ਹੈ, ਜਿਹੜੀ ਅਖੀਰਲੀ ਮੌਤ ਹੈ, ਉਹ ਸਦੀਵ ਕਾਲ ਵਾਸਤੇ ਅਟਲ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ 101 ਸਿਰੇ 'ਤੇ ਜਾ ਕੇ ਅਖੀਰਲਾ ਡੰਡਾ ਰਹਿ ਗਿਆ, ਮਹਾਰਾਜ ਕਹਿੰਦੇ ਉਹਨੂੰ ਕੋਈ ਟਾਲ ਨਹੀਂ ਸਕਦਾ। ਵੱਡੇ ਵੱਡੇ ਸੰਸਾਰ ਦੇ ਵਿੱਚ ਅਵਤਾਰ ਹੋਏ ਨੇ ਗੁਰੂ ਕੀ ਸੰਗਤ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਸ ਮੌਤ ਤੋਂ ਬਚ ਜਾਈਏ, ਪਰ ਸਤਿਗੁਰਾਂ ਨੇ ਆਪਾਂ ਨੂੰ ਵਿਧੀ ਸਮਝਾ ਦਿੱਤੀ ਹੈ ਕਿ ਜਿਤਨੀ ਸੰਸਾਰ ਦੀ ਰਚਨਾ ਹੈ ਇਹ ਸਭ ਕੁਝ ਝੂਠ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋਰੇ ਮੀਤ। 9ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਆਪਾਂ ਨੂੰ ਸਮਝਾਉਂਦੇ ਹੋਏ ਬਚਨ ਕਰਦੇ ਆ, ਐ ਮੇਰੇ ਮਿੱਤਰ, ਜਿਤਨੀ ਤੂੰ ਸੰਸਾਰ ਦੀ ਰਚਨਾ ਵੇਖ ਰਿਹਾ, ਇਹਨਾਂ ਨੇਤਰਾਂ ਦੇ ਨਾਲ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜਿਤਨਾ ਕੁਝ ਤੈਨੂੰ ਨਜ਼ਰ ਆ ਰਿਹਾ, ਇਹਦੇ ਵਿੱਚ ਤਬਦੀਲੀ ਆਉਣ ਵਾਲੀ ਹੈ। ਤੋ ਸਤਿਗੁਰੂ ਜੀ ਬਚਨ ਕਰਦੇ ਆ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਆਪਾਂ ਵੇਖਦੇ ਹਾਂ ਗੁਰੂ ਕੀ ਸੰਗਤ, ਬੱਚਾ ਛੋਟਾ ਜਿਹਾ ਜਨਮਦਾ ਹੈ। ਆਪਾਂ ਵੀ ਮਾਂ ਦੀ ਪੇਟ ਤੋਂ ਜਨਮੇ ਹਾਂ। ਕੋਈ ਦਿਨ ਉਹ ਵੀ ਸੀ ਜਦੋਂ ਛੋਟਾ ਜਿਹੀ ਅਵਸਥਾ ਸੀ, ਬਚਪਨ ਅਵਸਥਾ, ਜਦੋਂ ਮਾਂ ਦੀ ਪੇਟ ਤੋਂ ਜੀਵ ਜਨਮ ਲੈਂਦਾ। ਵੇਖਦਿਆਂ ਹੀ ਵੇਖਦਿਆਂ ਸਾਧ ਸੰਗਤ ਜੀ ਬਚਪਨ ਅਵਸਥਾ ਆ ਜਾਂਦੀ ਹੈ। ਕਿਸੇ ਵਿੱਚ ਜੁਰਤ ਨਹੀਂ, ਤਾਕਤ ਨਹੀਂ ਕਿ ਮੈਂ ਬਚਪਨ ਅਵਸਥਾ ਵਿੱਚ ਹੀ ਟਿਕਿਆ ਰਹਾ। ਕਿਸੇ ਵਿੱਚ ਇਹ ਤਾਕਤ ਨਹੀਂ ਹੈ। ਵੇਖਦਿਆਂ ਹੀ ਵੇਖਦਿਆਂ ਜੀਵ ਜਵਾਨ ਅਵਸਥਾ ਵਿੱਚ ਚਲਿਆ ਜਾਂਦਾ ਹੈ। ਗੁਰੂ ਕੀ ਸੰਗਤ, ਕਿਸੇ ਵਿੱਚ ਜੁਰਤ ਨਹੀਂ ਕਿ ਮੈਂ ਜਵਾਨ ਅਵਸਥਾ ਵਿੱਚ ਹੀ ਟਿਕਿਆ ਰਹਾ, ਮੇਰੀ ਜਵਾਨ ਅਵਸਥਾ ਹੀ ਰਹੇ। ਵੇਖਦਿਆਂ ਹੀ ਵੇਖਦਿਆਂ ਵਿਰਧ ਅਵਸਥਾ ਆ ਜਾਂਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਆਪਣੇ ਵੇਖਦਿਆਂ ਹੀ ਫਰੀਦਾ, ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ। ਲੋਇਣ ਕਹਿੰਦੇ ਆ ਨੇਤਰਾਂ ਨੂੰ। ਸਤਿਗੁਰੂ ਜੀ ਕਹਿੰਦੇ ਇਹਨਾਂ ਨੇਤਰਾਂ ਦੇ ਨਾਲ ਆਪਾਂ ਸੰਸਾਰ ਨੂੰ ਵੇਖਦੇ ਹਾਂ ਗੁਰੂ ਕੀ ਸੰਗਤ। ਪਰ ਆਪਣੇ ਵੇਖਦਿਆਂ ਹੀ ਵੇਖਦਿਆਂ ਕਿੰਨੇ ਸਖੇ ਪਿਆਰੇ ਮਿੱਤਰ, ਜਿਨ੍ਹਾਂ ਦੇ ਨਾਲ ਆਪਣੇ ਖੂਨ ਦੇ ਰਿਸ਼ਤੇ ਸੀ, ਜਿਸ ਨੂੰ ਵੀ ਦਰਗਾਹੀ ਸੱਦਾ ਹੀ ਜਾਂਦਾ, ਉਹ ਆਪਾਂ ਨੂੰ ਛੱਡ ਛੱਡ ਕੇ ਜਾਈ ਜਾ ਰਹੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਬਚਨ ਕਰਦੇ ਆ, ਫਰੀਦਾ ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ। ਇਹਨਾਂ ਨੇਤਰਾਂ ਦੇ ਨਾਲ ਸੰਸਾਰ ਨੂੰ ਵੇਖ ਰਹੇ ਹਾਂ। ਵੇਖਦਿਆਂ ਹੀ ਵੇਖਦਿਆਂ ਕਿੰਨੇ ਸਖੇ ਪਿਆਰੇ ਮਿੱਤਰ ਚਲੇ ਗਏ ਛੱਡ ਛੱਡ ਕੇ। ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਭਗਤ ਜੀ ਕਹਿੰਦੇ ਤੂੰ ਆਪਣਾ ਫਿਕਰ ਕਰ। ਜਿਵੇਂ ਸੰਸਾਰ ਨੂੰ ਆਪੋ ਆਪਣਾ ਫਿਕਰ ਹੈ। ਕੋਈ ਸਮਝਦਾ ਮੈਂ ਬਹੁਤ ਧਨ ਦੌਲਤ ਜੋੜ ਲਵਾਂ, ਮੈਂ ਤਾਂ ਸੁਖੀ ਹੋ ਜਾਵਾਂਗਾ ਸੰਸਾਰ ਦੇ ਵਿੱਚ। ਕੋਈ ਕਹਿੰਦਾ ਮੈਂ ਬਹੁਤ ਪ੍ਰਾਪਰਟੀ ਇਕੱਠੀ ਕਰ ਲਵਾਂ, ਗੁਰੂ ਕੀ ਸੰਗਤ, ਮੈਂ ਸੁਖੀ ਹੋ ਜਾਵਾਂਗਾ। ਕੋਈ ਵਿਸ਼ੇ ਵਿਕਾਰਾਂ ਨੂੰ ਭੋਗਦਾ, ਮੈਂ ਸੁਖੀ ਹੋ ਜਾਵਾਂ। ਪਰ ਸਤਿਗੁਰੂ ਜੀ ਬਚਨ ਕਰਦੇ ਆ, ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਕਈ ਐਸੇ ਵੀ ਸ਼ਖਸ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਧਨ ਦੌਲਤ ਜੋੜ ਲਿਆ, ਪਰ ਗੁਰੂ ਕੀ ਸੰਗਤ ਅੰਤ ਦੇ ਸਮੇਂ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੋ ਮਹਾਰਾਜ ਉਹਨਾਂ ਦੀ ਬਾਬਤ ਵਚਨ ਕਰਦੇ ਆ, ਵੱਡੇ ਵੱਡੇ ਜੋ ਦੀਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਸਤਿਗੁਰੂ ਜੀ ਬਚਨ ਕਰਦੇ ਆ, ਕੌਣ ਵੱਡਾ ਮਾਇਆ ਵਡਿਆਈ। ਜੀਵ ਨੂੰ ਪੁੱਛਿਆ ਗਿਆ ਕਿ ਸੰਸਾਰ ਦੇ ਵਿੱਚ ਕੌਣ ਵੱਡਾ। ਕਹਿੰਦੇ ਮਹਾਰਾਜ ਜੀ ਦੇ ਕੋਲ ਬਹੁਤ ਧਨ ਦੌਲਤ ਹੈ, ਬਹੁਤ ਸੁੱਖ ਨੇ, ਬਸ ਉਹੀ ਸੁਖੀ ਹੈ, ਉਹੀ ਵੱਡਾ ਹੈ। ਫਿਰ ਇੱਕ ਦਿਨ ਉਹ ਸੁੱਖ ਕਿੱਥੇ ਚਲੇ ਜਾਂਦੇ ਨੇ। ਵੇਖਦਿਆਂ ਹੀ ਵੇਖਦਿਆਂ ਇੱਕ ਛਿਣ ਦੇ ਵਿੱਚ ਸਭ ਕੁਝ ਪਰਾਇਆ ਹੋ ਜਾਂਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਨੂੰ ਪੁੱਛਿਆ ਗਿਆ, ਮਹਾਰਾਜ ਤੁਸੀਂ ਦੱਸੋ ਕੌਣ ਵੱਡਾ। ਮਹਾਰਾਜ ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਾਈ। ਮਹਾਰਾਜ ਕਹਿੰਦੇ ਸਾਡੀ ਦ੍ਰਿਸ਼ਟੀ ਵਿੱਚ ਉਹ ਵੱਡਾ ਜਿਸ ਨੇ ਇਸ ਪਰਲਬਧ ਨੂੰ ਸਮਝ ਲਿਆ।
जग रचना सब झूठ है, जान लिहो रे मीत। एक दिन जितनी भी शरीर दे नाल प्रक्रिया जुड़ी हुई है, दृष्टमान है, सगल मथेना एक दिन इत्थे ही रह जाना। इस करके सतगुरु जिथे अपने ते एडी बड़ी किरपा करते है, आपां नूं जिहड़ा शरीर दा जिहड़ा आपां नूं अज प्राप्त होया होया भई प्राप्त मानुख दे होरीआ, गोबिंद मिलन की ਇਹ तेरी वरीआ। ਜਿਹੜੀਆਂ ਵੱਡੇ ਭਾਗਾਂ ਦੇ ਨਾਲ ਇਹ ਮਾਨਸ ਦੇਹ ਪ੍ਰਾਪਤ ਹੋਈ ਹੈ, ਪਰ ਅਗਿਆਨਤਾ ਦੇ ਵਸ ਹੋ ਕੇ ਜੀਵ ਆਪਣੇ ਆਪ ਨੂੰ ਦੇਹ ਸਰੂਪ ਜਾਣ ਬੈਠਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਆਉਂਦੇ ਆ, ਸਤਿਗੁਰੂ ਗਿਆਨ ਭਰੇ ਵਚਨ ਬੋਲਦੇ ਆ। ਗਿਆਨ ਇੱਕ ਇੱਕ ਵਚਨ ਗਿਆਨ ਦੇ ਨਾਲ ਭਰਿਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਸਤਿਗੁਰੂ ਆਪਾਂ ਨੂੰ ਸਮਝਾਉਂਦੇ ਆ ਕਿ ਤੂੰ ਸਰੀਰ ਨਹੀਂ ਹੈ, ਇੱਕ ਆਤਮਾ ਸਰੂਪ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਸਤਿਗੁਰੂ ਜੀ ਬਚਨ ਕਰਦੇ ਆ, ਮੇਰੇ ਸਰੀਰ ਪਹਿਲਾਂ ਵਾਹਿਗੁਰੂ ਨੇ ਤੇਰੇ ਵਿੱਚ ਆਪਣੀ ਜੋਤ ਟਿਕਾ ਲਈ ਹੈ, ਫਿਰ ਤੂੰ ਜਗਤ ਦੇ ਵਿੱਚ ਆਇਆ ਹੈ, ਪੈਦਾ ਹੋਇਆ ਹੈ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਵਾਹਿਗੁਰੂ ਨੇ ਪਹਿਲਾਂ ਤੇਰੇ ਵਿੱਚ ਆਪਣੀ ਜੋਤ ਟਿਕਾ ਲਈ ਹੈ, ਫਿਰ ਤੂੰ ਜਗਤ ਦੇ ਵਿੱਚ ਪੈਦਾ ਹੋਇਆ ਹੈ। ਹਰ ਆਪੇ ਮਾਤਾ, ਹਰ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਸਤਿਗੁਰੂ ਜੀ ਬਚਨ ਕਰਦੇ ਆ ਕਿ ਤੇਰੀ ਮਾਤਾ ਵਾਹਿਗੁਰੂ ਹੈ, ਤੇਰਾ ਪਿਤਾ ਪ੍ਰਮਾਤਮਾ ਹੈ, ਤੇ ਉਹੀ ਜਿੰਦ ਦਾ ਮਾਲਕ ਹੈ। ਉਹਨੇ ਇਸ ਪੰਜਾਂ ਤੱਤਾਂ ਦੇ ਤਨ ਦੀ ਘਾੜਤ ਘੜ ਕੇ ਇਹਦੇ ਵਿੱਚ ਨਿਜ ਸਰੂਪ ਆਤਮਾ ਜਿਉੜਾ ਪਾ ਦਿੱਤਾ ਹੈ ਤੇ ਤੈਨੂੰ ਜਗਤ ਦਿਖਾ ਦਿੱਤਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਆਪਾਂ ਨੂੰ ਗਿਆਨ ਕਰਾਉਂਦੇ ਆ, ਆਪਣੇ ਨਿਜ ਸਰੂਪ ਨੂੰ ਪਹਿਚਾਨਣਾ ਕਰ। ਗੁਰੂ ਕੀ ਸੰਗਤ ਵਿੱਚ ਆ, ਜਦੋਂ ਸੰਗਤ ਵਿੱਚ ਬੈਠੇਗਾ, ਗੁਰੂ ਦੇ ਗਿਆਨ ਭਰੇ ਵਚਨਾਂ ਨੂੰ ਸਰਵਣ ਕਰੇਗਾ, ਤੈਨੂੰ ਆਪਣੇ ਨਿਜ ਸਰੂਪ ਦਾ ਗਿਆਨ ਹੋ ਜਾਵੇਗਾ ਕਿ ਮੈਂ ਸਰੀਰ ਨਹੀਂ ਹਾਂ, ਇੱਕ ਆਤਮਾ ਸਰੂਪ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਜਿਹੜਾ ਸਰੀਰ ਮਿਲਿਆ, ਇੱਕ ਦਿਨ ਇਹ ਇੱਥੇ ਹੀ ਰਹਿ ਜਾਣਾ। ਵੱਡੇ ਵੱਡੇ ਅਵਤਾਰਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਹਨੂੰ ਰੱਖ ਸਕੀਏ। ਹੁਣ ਮਹਾਰਾਜ ਉਹਨਾਂ ਦੇ ਨਾਂ ਵੀ ਲੈ ਕੇ ਦੱਸਦੇ ਆ। ਰਾਮ ਗਇਓ, ਰਾਵਣ ਗਇਓ, ਜਾ ਕੋ ਬਹੁ ਪਰਿਵਾਰ। ਸਤਿਗੁਰੂ ਜੀ ਹੁਣ ਰਾਵਣ ਦੀ ਗੱਲ ਕਰਦੇ ਆ। ਗੁਰੂ ਕੀ ਸੰਗਤ, ਰਾਵਣ ਕੋਈ ਆਮ ਪੁਰਖ ਨਹੀਂ ਸੀ, ਬਹੁਤ ਵੱਡਾ ਬਲੀ ਯੋਧਾ ਵੀ ਸੀ, ਔਰ ਪੰਡਿਤ ਵੀ ਸੀ, ਗਿਆਨਵਾਨ ਵੀ ਸੀ, ਵੇਦਾਂ ਦਾ ਵਕਤਾ ਸੀ, ਉਚਾਰਨ ਕਰਨ ਵਾਲਾ ਸੀ। ਗੁਰੂ ਕੀ ਸੰਗਤ, ਉਹਦੇ ਮਨ ਵਿੱਚ ਭਰਮ ਪੈਦਾ ਹੋ ਗਿਆ ਕਿ ਮੈਂ ਸੰਸਾਰ ਦੇ ਵਿੱਚ ਸਦਾ ਹੀ ਟਿਕਿਆ ਰਹਾ। ਤੇ ਗੁਰੂ ਕੀ ਸੰਗਤ, ਫਿਰ ਉਹਨੇ ਕੀ ਕੀਤਾ, ਭਗਤੀ ਕਰਕੇ, ਜਪ ਤਪ ਕਰਕੇ ਕੁਝ ਸ਼ਕਤੀਆਂ ਪ੍ਰਾਪਤ ਕਰ ਲਈਆਂ, ਜਿਹੜੀਆਂ ਸ਼ਕਤੀਆਂ ਨਿਰੰਕਾਰ ਦੇ ਅਧੀਨ ਨੇ। ਸਤਿਗੁਰੂ ਜੀ ਬਚਨ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰਾਵਣ ਦੀ ਸਮਰੱਥਾ ਕਿੱਡੀ ਹੋ ਗਈ, ਕਿੱਡੀ ਤਾਕਤ ਉਹਦੇ ਕੋਲ ਆ ਗਈ। ਮਹਾਰਾਜ ਬਚਨ ਕਰਦੇ ਆ, ਚੰਦ ਸੂਰਜ ਜਾ ਕੇ ਤਪਤ ਰਸੋਈ। ਚੰਦਰਮਾ ਔਰ ਸੂਰਜ, ਇਹ ਜਿਹੜੀਆਂ ਮਹਾਨ ਸ਼ਕਤੀਆਂ ਨੇ, ਨਿਰੰਕਾਰ ਦੇ ਵਸ ਦੇ ਵਿੱਚ ਨੇ ਗੁਰੂ ਕੀ ਸੰਗਤ, ਪਰ ਰੱਬ ਭਗਤਾਂ ਦੇ ਵਸ ਵਿੱਚ ਹੈ। ਤੋ ਰਾਵਣ ਨੇ ਜਪ ਤਪ ਕਰਕੇ ਪਰਮੇਸ਼ਰ ਤੋਂ ਇਹ ਸ਼ਕਤੀ ਪ੍ਰਾਪਤ ਕਰ ਲਈ, ਚੰਦ ਸੂਰਜ ਨੂੰ ਆਪਣੇ ਵਸ ਦੇ ਵਿੱਚ ਕਰ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਆ, ਚੰਦ ਸੂਰਜ ਜਾ ਕੇ ਤਪਤ ਰਸੋਈ। ਸੂਰਜ ਔਰ ਚੰਦਰਮਾ
ਰਾਵਣ ਦੀ ਰਸੋਈ ਦਾ ਕੰਮ ਕਰਦੇ ਸਨ, ਉਹਨੂੰ ਭੋਜਨ ਤਿਆਰ ਕਰਕੇ ਦਿੰਦੇ ਸਨ। ਇਹਨਾਂ ਨੂੰ ਉਹਨੇ ਆਪਣੇ ਵੱਸ ਵਿੱਚ ਕਰ ਲਿਆ ਸੀ। ਕਿਤਨਾ ਵੱਡਾ ਯੋਧਾ ਹੋਵੇਗਾ ਰਾਵਣ, ਕਿੱਡੀ ਤਾਕਤ ਵਾਲਾ ਹੋਵੇਗਾ, ਤਾਂ ਹੀ ਗੁਰਾਂ ਨੇ ਉਹਦਾ ਨਾਮ ਲਿਆ। ਚੰਦ ਸੂਰਜ ਜਾ ਕੇ ਤਪਤ ਰਸੋਈ, ਬੈ ਸੰਤਰ ਜਾ ਕੇ ਕੱਪੜੇ ਧੋਈ। ਬੈ ਸੰਤਰ ਕਹਿੰਦੇ ਅਗਨ ਦੇਵਤੇ, ਜੀ ਤੋਂ ਆਪਾਂ ਭੋਜਨ ਤਿਆਰ ਕਰਦੇ ਹਾਂ, ਬੇਅੰਤ ਸੁੱਖ ਸੁਵਿਧਾਵਾਂ ਲੈਂਦੇ। ਅਗਨ ਦੇਵਤਾ ਅੱਗ ਕਹਿ ਦਿੰਦੇ ਹਾਂ। ਮਹਾਰਾਜ ਕਹਿੰਦੇ ਅਗਨ ਦੇਵਤੇ ਨੂੰ ਰਾਵਣ ਨੇ ਆਪਣੇ ਵੱਸ ਵਿੱਚ ਕਰ ਲਿਆ ਜਪ ਤਪ ਕਰਕੇ। ਤੇ ਗੁਰੂ ਕੀ ਸੰਗਤ ਅਗਨ ਦੇਵਤਾ ਰਾਵਣ ਦੇ ਕੱਪੜੇ ਧੋ ਕੇ ਦਿਆ ਕਰਦਾ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਹੁਣ ਸਤਿਗੁਰੂ ਜੀ ਤੱਤ ਕੱਢਦੇ ਆ ਕਿ ਇੱਥੇ ਹੀ ਵਸ ਨਹੀਂ, ਕਿ ਉਹਦੇ ਕੋਲ ਇੱਕ ਲੰਕਾ ਗੜ ਕਹਿੰਦੇ ਆ ਕਿਲੇ ਨੂੰ। ਲੰਕਾ ਨਾਮ ਦਾ ਇੱਕ ਕਿਲਾ ਵੀ ਸੀ ਰਾਵਣ ਦੇ ਕੋਲ, ਆਪ ਜੀ ਜਾਣਦੇ ਹੋ। ਔਰ ਉਹ ਕਿਲਾ ਕੋਈ ਆਮ ਨਹੀਂ ਸੀ, ਸੋਨੇ ਦਾ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲੰਕਾ ਗੜ ਸੋਨੇ ਕਾ ਭਇਆ। ਪਰ ਗੁਰੂ ਕੀ ਸੰਗਤ, ਜਿਹੜਾ ਰਾਵਣ ਇੰਨੀ ਕੋਸ਼ਿਸ਼ ਕਰਦਾ ਸੀ ਕਿ ਮੈਂ ਕਾਲ ਤੋਂ ਬਚ ਜਾਵਾਂ, ਮੌਤ ਤੋਂ ਬਚ ਜਾਵਾਂ, ਸਦਾ ਹੀ ਸੰਸਾਰ ਦੇ ਵਿੱਚ ਟਿਕਿਆ ਰਹਾਂ, ਪਰ ਗੁਰੂ ਕੀ ਸੰਗਤ ਸਤਿਗੁਰੂ ਜੀ ਨੇ ਉਹਨੂੰ ਮੂਰਖ ਦਾ ਖਿਤਾਬ ਦਿੱਤਾ। ਇੱਕ ਦਿਨ ਉਹ ਤਨ ਇੱਥੇ ਹੀ ਤਿਆਗ ਕੇ ਚਲਿਆ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੂਰਖ ਰਾਵਣ ਕਿਆ ਲੈ ਗਿਆ। ਐਡਾ ਗਿਆਨਵਾਨ ਹੋ ਕੇ ਉਹਨੂੰ ਆਪਣੇ ਨਿਜ ਸਰੂਪ ਆਤਮਾ ਦੀ ਸਮਝ ਨਹੀਂ ਆਈ ਕਿ ਮੈਂ ਸਰੀਰ ਨਹੀਂ ਹਾਂ, ਇੱਕ ਆਤਮਾ ਸਰੂਪ ਹੈ, ਵਾਹਿਗੁਰੂ ਦੀ ਅੰਸ਼ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਆਪਾਂ ਭਾਈ ਬੁੱਧ ਸਿੰਘ ਜੀ ਸਾਡੇ ਵੱਡੇ ਵੀਰ, ਉਹਨਾਂ ਦੀ ਯਾਦ ਦੇ ਵਿੱਚ ਜੁੜੇ ਆ। ਸਰੀਰ ਕਰਕੇ ਉਹ ਚਲੇ ਗਏ ਨੇ, ਪਰ ਜਿਹੜਾ ਉਹਨਾਂ ਦਾ ਨਿਜ ਸਰੂਪ ਆਤਮਾ ਹੈ, ਉਹ ਜਨਮ ਮਰਨ ਤੋਂ ਰਹਿਤ ਹੈ। ਉਹਦੇ ਉੱਤੇ ਨਾ ਜਨਮ ਹੈ ਨਾ ਮਰਨ ਹੈ, ਨਾ ਬਚਪਨ ਆਉਂਦੀ ਹੈ, ਨਾ ਜਵਾਨੀ ਆਉਂਦੀ ਹੈ, ਨਾ ਬੁਢਾਪਾ ਆਉਂਦਾ ਹੈ। ਉਹ ਇੱਕ ਰਸ ਰਹਿੰਦਾ ਹੈ। ਕਹੇ ਕਬੀਰ ਤੂੰ ਰਾਮ ਕੀ ਅੰਸ਼। ਮਹਾਰਾਜ ਕਹਿੰਦੇ ਆ ਪਿਆਰਿਆ, ਤੂੰ ਵਾਹਿਗੁਰੂ ਦੇ ਅੰਸ਼ ਹੈ ਅਤੇ ਆਤਮਾ ਕਰਕੇ ਸਾਡਾ ਵੀਰ ਸਦਾ ਹੀ ਰਹਿਣ ਵਾਲਾ ਹੈ। ਇਸ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਸਤਿਗੁਰੂ ਜੀ ਆਪਾਂ ਨੂੰ ਭਾਣਾ ਮੰਨਣ ਦਾ ਬਲ ਸਿਖਾਉਂਦੇ ਆ। ਭਾਵੇਂ ਜਦੋਂ ਕੋਈ ਇਹੋ ਜਿਹਾ ਭਾਣਾ ਵਰਤ ਜਾਂਦਾ, ਕੋਈ ਜੀਵ ਆਪਣੇ ਕੋਲੋਂ ਚੱਲਿਆ ਜਾਂਦਾ, ਤਨ ਕਰਕੇ ਆਪਾਂ ਬੜਾ ਧਰਵਾਸ ਦਿੰਦੇ ਹਾਂ। ਮਿੱਤਰ ਪਿਆਰੇ ਦੋਸਤ ਇਕੱਠੇ ਹੋ ਕੇ, ਰਿਸ਼ਤੇਦਾਰ, ਉਹਨੂੰ ਧਰਵਾਸ ਦਿੰਦੇ ਹਾਂ, ਭਾਈ ਤੂੰ ਫਿਕਰ ਨਾ ਕਰ, ਅਸੀਂ ਤੇਰੇ ਨਾਲ ਹੈ। ਧਰਵਾਸ ਦਿੰਦੇ ਹਾਂ ਗੁਰੂ ਕੀ ਸੰਗਤ। ਪਰ ਆਪਾਂ ਨੂੰ ਇੰਨਾ ਭਰੋਸਾ ਨਹੀਂ ਆਉਂਦਾ, ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੋ ਕਹਿਤ ਹੈ, ਹਿਤ ਦੇ ਬਾਂਧਿਓ ਚੀਤ, ਅੰਤ ਸੰਗ ਸੰਗੀ ਨਹਿ ਕੋ, ਇਹ ਅਚਰਜ ਹੈ ਰੀਤ। ਜਿਹੜੇ ਪਿਆਰੇ ਮਿੱਤਰ ਸਖੀ ਆਪਣੇ ਕੋਲ ਆਉਂਦੇ, ਉਹ ਕਹਿੰਦੇ ਅਸੀਂ ਤੇਰੇ ਹਾਂ, ਤੇਰੇ ਨਾਲ ਖੜਾਂਗੇ, ਤੇਰੀ ਹਰ ਵੇਲੇ ਮਦਦ ਕਰਾਂਗੇ। ਪਰ ਗੁਰੂ ਜੀ ਕਹਿੰਦੇ ਜਦੋਂ ਸੰਸਾਰ ਦੇ ਵਿੱਚ ਰਹਿੰਦੇ ਆ, ਕੋਈ ਵਿਪਤਾ ਵਾਲਾ ਸਮਾਂ ਆ ਜਾਂਦਾ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੋਂ ਦਿਸ ਘੇਰੈ, ਬਿਪਤ ਪਰੇ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਜਦੋਂ ਕਦੇ ਕਦੇ ਸਰੀਰ ਨੂੰ ਕਿਸੇ ਕਰਮ ਕਰਕੇ ਰੋਗ ਲੱਗ ਜਾਵੇ, ਕੋਲੋਂ ਮਾਇਆ ਚਲੀ ਜਾਵੇ, ਉਹੀ ਮਿੱਤਰ ਛੱਡ ਕੇ ਭੱਜ ਜਾਂਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਂਪੁਰਖ ਧਾਰਨਾ ਵੀ ਪੜ੍ਹਾਇਆ ਕਰਦੇ, ਉਹ ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ ਬਈ ਤੈਨੂੰ
ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ। ਜਿਨ੍ਹਾਂ ਨੂੰ ਬਣਾਉਣਾ ਆਪਣੇ, ਮੇਰੇ ਪਿਆਰੇ, ਜਿਨ੍ਹਾਂ ਨੂੰ ਬਣਾਉਣਾ ਆਪਣੇ। ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਉਹ ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਜਾਉ ਦਿਸ, ਉਹ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ। ਸਤਿਗੁਰੂ ਜੀ ਬਚਨ ਕਰਦੇ ਆ ਕਿ ਸੰਸਾਰ ਦੇ ਵਿੱਚ ਰਹਿੰਦੇ ਆ ਜੀਵ ਸਾਥ ਭਾਲਦਾ, ਮਿੱਤਰਤਾ ਕਰਦਾ, ਬੜੇ ਮਿੱਤਰ ਕਰਦਾ। ਮਿੱਤਰ ਮਾਤਾ ਪਿਤਾ ਵੀ ਹੋਇਆ ਕਰਦੇ ਹੈ, ਭੈਣ ਭਰਾ ਵੀ ਨੇ, ਘਰ ਵਾਲੀ ਇਸਤਰੀ ਔਰ ਬੱਚੇ ਸੰਬੰਧੀ ਵੀ ਹੋਇਆ ਕਰਦੇ ਨੇ। ਮਾਤ ਪਿਤਾ ਬੰਤਾ ਸੁਤ ਬੰਤਪ, ਇਸ਼ਟ ਮੀਤ ਅਰ ਭਾਈ, ਇਹਨਾਂ ਦੇ ਨਾਂ ਲੈ ਕੇ ਵੀ ਗੁਰਾਂ ਨੇ ਦੱਸੇ ਨੇ। ਮਾਤਾ ਪਿਤਾ, ਭੈਣ ਭਰਾ, ਸਾਕ ਸੰਬੰਧੀ, ਰਿਸ਼ਤੇਦਾਰ, ਮਿੱਤਰ ਦੋਸਤ। ਮਾਤ ਪਿਤਾ ਬਣਤਾ ਕਹਿੰਦੀ ਘਰ ਵਾਲੀ ਇਸਤਰੀ ਨੂੰ, ਮਾਤ ਪਿਤਾ ਬਣਤਾ ਸੁੱਤ ਬੰਤਪ, ਸੁੱਤ ਕਹਿੰਦੇ ਆ ਪੁੱਤਰਾਂ ਨੂੰ, ਬੰਤਪ ਕਹਿੰਦੇ ਰਿਸ਼ਤੇਦਾਰਾਂ ਨੂੰ। ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਕੋ ਨਾ ਸਹਾਈ। ਪੂਰਵ ਜਨਮਾਂ ਦੇ ਆਪਣੇ ਇਹ ਸੰਜੋਗੀ ਨੇ, ਇਹਨਾਂ ਦੇ ਨਾਲ ਲੈਣ ਦੇਣ ਬਣਿਆ ਹੋਇਆ। ਕੀਤਿਆਂ ਕੇ ਬਾਪ, ਕੀਤਿਆਂ ਕੇ ਬੇਟੇ, ਕੀਤੇ ਗੁਰ ਚੇਲੇ ਹੋਏ। ਕੋਈ ਪਿਤਾ ਬਣ ਜਾਂਦਾ, ਕੋਈ ਮਾਂ ਬਣ ਜਾਂਦੀ ਹੈ, ਕੋਈ ਭੈਣ ਬਣ ਜਾਂਦੀ ਹੈ, ਕੋਈ ਭਰਾ ਬਣਦਾ, ਕੋਈ ਸੰਬੰਧੀ ਬਣ ਜਾਂਦਾ ਹੈ ਗੁਰੂ ਕੀ ਸੰਗਤ। ਇਹ ਸਾਰੇ ਮਿੱਤਰ ਹੀ ਨੇ। ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਘਟੈ ਕੋਏ। ਬਹੁਤ ਮਿੱਤਰ ਕੀਤੇ ਸੰਸਾਰ ਦੇ ਵਿੱਚ ਰਹਿੰਦੇ ਆ, ਉਹਨਾਂ ਤੋਂ ਉਮੀਦ ਸੀ ਕਿ ਕੋਈ ਮੇਰਾ ਦੁੱਖ ਕੱਟੇਗਾ। ਭਾਵ ਕਿ ਵੀ ਮੈਨੂੰ ਕੋਈ ਜਨਮ ਮਰਨ ਤੋਂ ਰਹਿਤ ਕਰ ਦੇਵੇਗਾ, ਸੱਚਖੰਡ ਦੇ ਵਿੱਚ ਵਾਸ ਦੇ ਦੇਵੇਗਾ, ਗੁਰਾਂ ਦੇ ਨਾਲ ਮਿਲਾਪ ਕਰਾ ਦੇਵੇਗਾ, ਆਵਾਗਮਨ ਮੇਟ ਦੇਵੇਗਾ। ਇਸ ਕਰਕੇ ਬੜੇ ਮਿੱਤਰ ਕੀਤੇ ਸੀ। ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਘਟੈ ਕੋਈ। ਪਰ ਗੁਰੂ ਕੀ ਸੰਗਤ ਸਮੇਂ ਦੇ ਨਾਲ ਜਦੋਂ ਮਿੱਤਰਤਾ ਨਿਭੀ, ਗੁਰੂ ਕੀ ਸੰਗਤ ਛੱਡ ਕੇ ਕਿਸੇ ਨੂੰ ਜਿਹਨੂੰ ਵੀ ਦਰਗਾਹੀ ਸੱਦਾ ਆ ਗਿਆ, ਉਹ ਵੇਖਦਿਆਂ ਛੱਡ ਕੇ ਚਲੇ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ।
ਨੌਵੇਂ ਪਾਤਸ਼ਾਹ ਜੀ ਦੇ ਬਚਨ ਨੇ ਜਿਨ੍ਹਾਂ ਦੇ ਨਾਲ ਸੰਗ ਜੁੜਿਆ ਹੋਇਆ ਸੀ। ਸੰਗ ਜੁੜਿਆ ਸੀ, ਅੰਗ ਸਾਕ ਜੁੜੇ ਸੀ। ਅੰਤ ਵੇਲੇ ਕੋਈ ਸਾਥ ਨਾ ਨਿਭ ਸਕਿਆ ਇਹਨਾਂ ਵਿੱਚੋਂ। ਸੰਗ ਸਖਾ, ਸਖਾ ਕਹਿੰਦੇ ਐ ਮਿੱਤਰਨ, ਜਿਨ੍ਹਾਂ ਉੱਪਰ ਬੜਾ ਮਾਣ ਸੀ। ਸਭ ਤਜ ਗਏ, ਸਭ ਛੱਡ ਕੇ ਚਲੇ ਗਏ ਗੁਰੂ ਕੀ ਸੰਗਤ। ਕੋ ਨਾ ਨਿਭਿਓ ਸਾਥ, ਕੋਈ ਵੀ ਸਾਥ ਨਾ ਨਿਭ ਸਕਿਆ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਏਕ ਕਹਿੰਦੇ ਆਸਰੇ ਨੂੰ। ਮਹਾਰਾਜ ਕਹਿੰਦੇ ਬਹੁਤ ਬਿਪਤਾ ਵਾਲਾ ਸਮਾਂ ਹੋਇਆ ਕਰਦਾ, ਜਿਹਨੂੰ ਅੰਤਮ ਸਮਾਂ ਕਹਿੰਦੇ ਹੈ। ਜਦੋਂ ਅੰਤ ਸਮਾਂ ਆ ਜਾਂਦਾ ਜੀਵ ਦਾ, ਉਸ ਵੇਲੇ ਉਹ ਕੋਸ਼ਿਸ਼ ਕਰਦਾ ਵੀ ਕੋਈ ਮਿੱਤਰ ਮੇਰੇ ਨਾਲ ਨਿਭੇ। ਜਿਨ੍ਹਾਂ ਦੇ ਨਾਲ ਇਹਦਾ ਸੰਬੰਧ ਸੀ ਉਹ ਸਾਧ ਸੰਗਤ ਦੀ ਪਹਿਲਾਂ ਹੀ ਤਿਆਰ ਹੋਏ ਬੈਠੇ ਹੋਇਆ ਕਰਦੇ ਨੇ। ਆਦ ਘਰੀ ਨਹਿ ਕੋ ਰੱਖੈ, ਘਰ ਤੇ ਦੇਤ ਨਕਾਰ। ਉਹਨਾਂ ਦੀ ਮਿੱਤਰਤਾ ਜਿਉਂਦਿਆਂ ਤੱਕ ਹੈ, ਸਭ ਕੁਛ ਜੀਵਤ ਕੋ ਵਿਵਹਾਰ। ਗੁਰੂ ਸਾਹਿਬ ਜੀ ਬਚਨ ਕਰਦੇ ਆ, ਜਿੰਨਾ ਸਮਾਂ ਤੇਰੇ ਪ੍ਰਾਣ ਚੱਲਦੇ ਨੇ, ਸਾਹ ਚੱਲਦੇ ਨੇ, ਇਹ ਸਾਰੇ ਤੇਰੇ ਮਿੱਤਰ ਨੇ। ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਕੋ ਨ ਸਹਾਈ। ਸਭ ਕਛ ਜੀਵਤ ਕੋ ਵਿਵਹਾਰ। ਮਾਤ ਪਿਤਾ ਬੰਤਾ ਸੁਤ ਬੰਧਪ, ਆਰ ਫੁਨ ਗ੍ਰਹਿ ਕੀ ਨਾਰ। ਇਹ ਸਾਰਿਆਂ ਦੇ ਨਾਂ ਲੈ ਕੇ ਦੱਸੇ ਹੈ ਗੁਰੂ ਕੀ ਸੰਗਤ, ਜਿਨ੍ਹਾਂ ਦੇ ਉੱਪਰ ਜੀਵ ਬੜਾ ਮਾਣ ਕਰਦਾ ਹੈ। ਸੰਸਾਰ ਦੇ ਵਿੱਚ ਰਹਿੰਦਾ ਵੀ ਕੋਈ ਬਿਪਤਾ ਵਾਲਾ ਸਮਾਂ ਬਣੇਗਾ, ਇਹ ਮੇਰੀ ਸਹਾਇਤਾ ਕਰਨਗੇ। ਪਰ ਬਿਪਤਾ ਵਾਲਾ ਸਮਾਂ ਮੌਤ ਵਾਲਾ ਹੀ ਸਮਾਂ ਹੋਇਆ ਕਰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਮੌਤ ਸਿਰ 'ਤੇ ਆ ਗਈ, ਮਲਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ। ਗੁਰੂ ਕੀ ਸੰਗਤ ਪਹਿਲਾਂ ਕਿੰਨਾ ਮਾਣ ਕੀਤਾ ਹੋਵੇਗਾ ਰਾਵਣ ਨੇ ਵੀ। ਲੰਕਾ ਦੇ ਉੱਪਰ ਕਿੱਡਾ ਮਾਣ ਕਰਦਾ ਸੀ। ਮਹਾਰਾਜ ਕਹਿੰਦੇ ਉਹਦਾ ਪਰਿਵਾਰ ਬਹੁਤ ਵੱਡਾ ਸੀ। 1 ਲੱਖ ਪੂਤ, 1.25 ਲੱਖ ਨਾਤੀ। ਨਾਤੀ ਕਹਿੰਦੇ ਰਿਸ਼ਤੇਦਾਰਾਂ ਨੂੰ। 1.25 ਲੱਖ ਜਿਹਦੇ ਰਿਸ਼ਤੇਦਾਰ ਹੋਣ, 1 ਲੱਖ ਪੁੱਤਰ ਹੋਵੇ, ਤੇ ਇਹ ਰਾਵਣ ਘਰ ਦੀਆ ਨਾ ਬਾਤੀ। ਰਾਵਣ ਨੇ ਵੀ ਬੜਾ ਮਾਣ ਕੀਤਾ ਹੋਵੇਗਾ, ਮੈਂ ਐਡੇ ਪਰਿਵਾਰ ਵਾਲਾ, ਇੰਨੀ ਮੇਰੇ ਨਾਲ ਮੇਰੇ ਪੁੱਤਰ ਨੇ, ਮੇਰੇ ਸੰਬੰਧੀ ਨੇ। ਪਰ ਜਦੋਂ ਬਿਪਤਾ ਵਾਲਾ ਸਮਾਂ ਆਇਆ, ਅੰਤ ਸਮਾਂ ਆਇਆ, ਤੇ ਗੁਰੂ ਕੀ ਸੰਗਤ ਉਹੀ ਮਿੱਤਰ ਆਦ ਘਰੀ ਨਹਿ ਕੋ ਰੱਖੈ, ਘਰ ਤੇ ਦੇਤ ਨਕਾਰ। ਮਹਾਰਾਜ ਕਹਿੰਦੇ ਅੱਧੀ ਘੜੀ ਵੀ ਕੋਈ ਘਰ ਦੇ ਵਿੱਚ ਨਹੀਂ ਰੱਖਦਾ। ਮਿਰਤਕ ਨੂੰ ਆਪਾਂ ਵੇਖਦੇ ਹਾਂ, ਜਿੱਦਾਂ ਹੀ ਹੋ ਜਾਂਦਾ ਵੀ ਕਾਢੋ ਕਾਢੋ ਹੋਈ, ਇਹਨੂੰ ਲੈ ਚੱਲੋ ਲੈ ਚੱਲੋ, ਇਹ ਗੁਜ਼ਰ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਵਾਸਤੇ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਆਪਾਂ ਨੂੰ ਇਸ ਸਰੀਰ ਦੀ ਜਿਹੜਾ ਅੱਜ ਆਪਾਂ ਨੂੰ ਪ੍ਰਾਪਤ ਹੋਇਆ ਮਾਨਸ ਦੇ, ਉਹਦੀ ਬਾਬਤ ਸਾਹਿਬ ਸਮਝਾਉਂਦੇ ਹੈ। ਉੱਥੇ ਆਪਾਂ ਨੂੰ ਆਪਣੇ ਨਿੱਜ ਸਰੂਪ ਦਾ ਗਿਆਨ ਕਰਾਉਂਦੇ ਹੈ। ਜਦੋਂ ਜੀਵ ਨੂੰ ਆਪਣੇ ਨਿੱਜ ਸਰੂਪ ਦਾ ਗਿਆਨ ਹੋ ਜਾਂਦਾ ਹੈ ਗੁਰੂ ਦੇ ਬਚਨਾਂ ਤੋਂ, ਫਿਰ ਉਹਦੀ ਸਾਰੀ ਚਿੰਤਾ ਮਿਟ ਜਾਂਦੀ ਹੈ ਕਿ ਮੈਂ ਕਦੇ ਮਰਾਂਗਾ ਨਹੀਂ, ਸਦਾ ਹੀ ਰਹਾਂਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਭਾਣਾ ਮੰਨਣਾ ਤਾਂ ਗੁਰੂ ਇਹ ਸਿਖਾਉਂਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਸਾਰੀ ਜੀਵ ਬਹੁਤ ਕਰਦੇ ਆ, ਅਸੀਂ ਤੇਰੇ ਨਾਲ ਹੈ, ਤੇਰੇ ਨਾਲ ਹੈ, ਪਰ ਬਿਪਤ ਭਰੀ ਸਭ ਹੀ ਸੰਗ ਛਾੜਤ, ਉਹ ਨਾ ਆਵਤ ਨੇਰੈ। ਨੌਵੇਂ ਪਾਤਸ਼ਾਹ ਤਾਂ ਹੀ ਤਾਂ ਵਚਨ ਕਰਦੇ ਆ, ਮਨਾ ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ। ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ।
ਜਾਗ ਲਿਓ ਰੇ ਮਨ ਜਾਗ ਲਿਓ, ਕਹਾ ਗਾਫਲ ਸੋਇਆ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾ ਗਾਫਲ ਸੋਇਆ। ਸਤਿਗੁਰੂ ਜੀ 9ਵੇਂ ਪਾਤਸ਼ਾਹ ਜੀ ਦੇ ਬਚਨ ਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾ ਗਾਫਲ ਸੋਇਆ। ਸਤਿਗੁਰੂ ਜੀ ਸਰੀਰ ਨੂੰ ਨਹੀਂ ਆਵਾਜ਼ਾਂ ਦਿੰਦੇ, ਕਿਉਂਕਿ ਕਾਇਆ ਮਿੱਟੀ ਅੰਧ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੌਣੇ ਪੁੱਛੋ ਜਾਏ, ਪੁੱਛੋ ਪੌਣੇ ਜਾਏ। ਕਾਇਆ ਮਿੱਟੀ ਜਿਹੜੀ ਸਰੀਰ ਰੂਪੀ ਆ ਕਾਇਆ ਹੈ, ਇਹ ਤਾਂ ਮਿੱਟੀ ਸਮਾਨ ਹੈ ਤੇ ਅਗਿਆਨਤਾ ਵਸ ਹੈ। ਮਹਾਰਾਜ ਕਹਿੰਦੇ ਕਾਇਆ ਮਿੱਟੀ ਅੰਧ ਹੈ, ਪੌਣੇ ਪੁੱਛੋ ਜਾਏ। ਜਿਹੜਾ ਦਾ ਨਿਜ ਸਰੂਪ ਆ, ਪੌਣ ਸਰੂਪ ਹੈ, ਉਹ ਮਨ ਵੀ ਕਹਿ ਦਿੰਦੇ ਆ ਉਹਨੂੰ, ਆਪਾਂ ਆਤਮਾ ਵੀ ਕਹਿ ਦਿੰਦੇ ਆ। ਉਹਦਾ ਗਿਆਨ ਸਤਿਗੁਰੂ ਹੀ ਕਰਾਉਂਦੇ ਨੇ। ਇੱਕ ਦਿਨ ਉਸ ਪੌਣ ਤੋਂ, ਉਸ ਨਿਜ ਸਰੂਪ ਤੋਂ ਪੁੱਛਿਆ ਵੀ ਜਾਣਾ, ਲੇਖਾ ਵੀ ਪੁੱਛਿਆ ਜਾਣਾ। ਇਹ ਨਹੀਂ ਵੀ ਸੰਸਾਰ ਦੇ ਵਿੱਚ ਆ ਗਿਆ, ਜੋ ਮਨ ਆਈਆਂ ਕੀਤੀਆਂ ਵੀ ਇੱਕ ਦਿਨ ਗੁਰਾਂ ਦੇ ਕੋਲ ਚਲਿਆ ਗਿਆ। ਮਹਾਰਾਜ ਕਹਿੰਦੇ ਇੱਕ ਦਿਨ ਇੱਕ ਇੱਕ ਸਵਾਸਤ ਦਾ ਲੇਖਾ ਵੀ ਲਿਆ ਜਾਣਾ। ਨਾਨਕ ਆਖੈ ਰੇ ਮਨਾ, ਸੁਣੀਐ ਸਿੱਖ ਸਹੀ। ਲੇਖਾ ਰੱਬ ਮਗੇਸੀਆ, ਬੈਠਾ ਕੱਢ ਬਹੀ। ਸਤਿਗੁਰੂ ਜੀ ਸਰੀਰ ਨੂੰ ਨਹੀਂ ਬਚਨ ਕਰਦੇ, ਮਨ ਨੂੰ ਕਹਿੰਦੇ ਹੈ, ਕਿਉਂਕਿ ਮਨ ਹੀ ਆਪਣਾ ਨਿਜ ਸਰੂਪ ਸਦਾ ਰਹਿਣ ਵਾਲਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੋ ਪਾਤਸ਼ਾਹ ਜੀ ਬਚਨ ਕਰਦੇ ਹੈ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾ ਗਾਫਲ ਸੋਇਆ। ਕਿੱਥੇ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ, ਅਗਿਆਨਤਾ ਵਸ ਹੋ ਕੇ ਆਪਣੇ ਆਪ ਨੂੰ ਸਰੀਰੇ ਸਮਝਣ ਲੱਗ ਗਏ। ਮਹਾਰਾਜ ਕਹਿੰਦੇ ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਜਿਹੜਾ ਤਨ ਦੇ ਉੱਪਰ ਬੜਾ ਮਾਣ ਕਰਦਾ, ਜਿਹੜਾ ਤਨ ਐ ਮਨਾ ਤੇਰੇ ਨਾਲ ਪੈਦਾ ਹੋਇਆ, ਜਿਸ ਦੇ ਵਿੱਚ ਤੂੰ ਨਿਵਾਸ ਕਰ ਰਿਹਾ, ਜਿਵੇਂ ਭਗਤ ਰਵਿਦਾਸ ਮਹਾਰਾਜ ਜੀ ਬਚਨ ਕਰਦੇ ਆ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਹੱਡ ਮਾਸ ਨਾੜੀਆਂ ਦੇ ਪਿੰਜਰੇ ਦੇ ਵਿੱਚ ਤੂੰ ਵਸ ਰਿਹਾ, ਵਾਸਤਵ ਵਿੱਚ ਤੂੰ ਆਤਮਾ ਸਰੂਪ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁਝ ਸਮਾਂ ਕੱਟਣ ਵਾਸਤੇ ਹੀ ਇਸ ਦੇ ਵਿੱਚ ਇਹ ਸਰੀਰ ਦਾ ਤੈਨੂੰ ਆਸਰਾ ਮਿਲਿਆ। ਤੋ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਯਾਦ ਰੱਖ, ਇਸ ਤਨ ਨੇ ਇੱਕ ਦਿਨ ਇੱਥੇ ਹੀ ਰਹਿ ਜਾਣਾ, ਤੇਰੇ ਨਾਲ ਨਹੀਂ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਜਿਹੜੇ ਮਿੱਤਰ ਕੀਤੇ ਸੀ, ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕੱਟੈ ਕੋਈ। ਤੋ ਗੁਰੂ ਪਾਤਸ਼ਾਹ ਫਿਰ ਉਹਨਾਂ ਦੇ ਵੀ ਨਾਂ ਲੈਂਦੇ ਹੈ। 9ਵੇਂ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਬਚਨ ਕਰਦੇ ਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਮਾਤ ਪਿਤਾ ਸੁਤ ਬੰਧ ਜਨ, ਹਿਤ ਜਾਸਿਓ ਕੀਨਾ। ਮਾਤਾ ਪਿਤਾ, ਸੁੱਤ ਕਹਿੰਦੇ ਆ ਪੁੱਤਰਾਂ ਨੂੰ, ਬੰਧ ਕਹਿੰਦੇ ਆ ਰਿਸ਼ਤੇਦਾਰਾਂ ਨੂੰ, ਹਿੱਤ ਕਹਿੰਦੇ ਆ ਪਿਆਰ ਨੂੰ, ਗੁਰੂ ਕੀ ਸੰਗਤ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਨਾਲ ਬੜਾ ਪਿਆਰ ਕਰਦਾ ਹੈ, ਬਹੁਤ ਜ਼ਿਆਦਾ ਮੋਹ ਕਰਦਾ ਹੈ, ਮਾਤ ਪਿਤਾ ਸੁੱਤ ਬੰਧ ਜਨ ਹਿੱਤ ਜਾਸਿਓ ਕੀਨਾ। ਯਾਦ ਰੱਖ, ਜੀਓ ਛੋਟਿਓ ਜਬ ਦੇਹ ਤੇ, ਡਾਰ ਅਗਨ ਮਹਿ ਦੀਨਾ। ਜਦੋਂ ਹੀ ਤੇਰਾ ਜਿਉੜਾ ਇਸ ਦੇਹ ਤੋਂ ਛੁੱਟ ਗਿਆ, ਤੇਰਾ ਅੰਤ ਸਮਾਂ ਆ ਗਿਆ, ਦਰਗਾਹੀ ਸੱਦਾ ਤੈਨੂੰ ਆ ਗਿਆ। ਮਹਾਰਾਜ ਕਹਿੰਦੇ ਜਦੋਂ ਹੀ ਤੇਰਾ ਜਿਉੜਾ ਆਤਮਾ ਇਸ ਦੇਹ ਤੋਂ ਛੁੱਟ ਗਿਆ, ਇਹਨਾਂ ਪਿਆਰੇ ਨੇ ਤੈਨੂੰ ਅਗਨ ਭੇਟ ਕਰ ਦੇਣਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਡਾਰ ਅਗਨ ਮਹਿ ਦੀਨਾ, ਜਿਉ ਛੋਟਿਓ ਜਬ ਦੇਹ ਤੇ ਡਾਰ ਅਗਨ ਮਹਿ ਦੀਨਾ। ਗੁਰੂ ਜੀ ਹੁਣ ਗਿਆਨ ਭਰੇ ਵਚਨ ਬੋਲਦੇ ਆ। ਜੀਵਤ ਲੋ ਵਿਵਹਾਰ ਹੈ, ਜਗ ਕੋ ਤੁਮ ਜਾਨੋ। ਇਸ ਸੰਸਾਰ ਦੀ ਰੀਤ ਨੂੰ ਚੰਗੀ ਤਰ੍ਹਾਂ ਜਾਣ ਲੈ ਪਿਆਰਿਆ। ਇਹ ਜਿਉਂਦਿਆਂ ਦਾ ਜਗਤ ਹੈ, ਜਿੰਨਾ ਸਮਾਂ ਸਾਹ ਚੱਲਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੀਵਤ ਲੋ ਵਿਵਹਾਰ ਹੈ, ਜਿੰਨਾ ਸਮਾਂ ਤੂੰ ਜਿਉਣਾ ਹੈ, ਇੰਨਾ ਜੀਵਾਂ ਦਾ ਤੇਰੇ ਨਾਲ ਵਿਵਹਾਰ ਬਣਿਆ, ਲੈਣ ਦੇਣ ਬਣਿਆ। ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ, ਸਭ ਸੁਪਨ ਸਮਾਨੋ। ਗੁਰੂ ਜੀ ਕਹਿੰਦੇ ਤੂੰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰ, ਜਿਸ ਕੰਮ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ, ਜਿਸ ਵਾਸਤੇ ਤੈਨੂੰ ਸਰੀਰ ਜਾਮਾ ਪ੍ਰਾਪਤ ਹੋਇਆ ਹੈ। ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਪਕੜੇ, ਸਭ ਮੁਕਦੀ ਚੱਲੀ ਰਹਿਣ। ਤੇਰੀ ਜਿਹੜੀ ਔਧ ਉਮਰ ਹੈ, ਸਾਹ ਨੇ, ਮਹਾਰਾਜ ਕਹਿੰਦੇ ਮੁੱਕਦੇ ਜਾਂਦੇ ਨੇ, ਦਿਨ ਰਾਤ ਘਟਦੇ ਜਾਂਦੇ ਨੇ, ਤੇ ਤੂੰ ਲਾਹਾ ਖੱਟਣ ਵਾਸਤੇ ਸੰਸਾਰ ਦੇ ਵਿੱਚ ਆਇਆ ਹੋਇਆ। ਉਸ ਮਕਸਦ ਨੂੰ ਪੂਰਿਆਂ ਕਰਨਾ ਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੀਵਤ ਲੋ ਵਿਵਹਾਰ ਹੈ, ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ, ਸਭ ਸੁਪਨ ਸਮਾਨੋ। ਆ ਜਿਹੜਾ ਕੁਝ ਤੂੰ ਵੇਖ ਰਿਹਾ ਇਹ ਸੱਚ ਨਹੀਂ ਹੈ, ਇੱਕ ਸੁਪਨਾ। ਇਹ ਜਗ ਐਸਾ ਸੁਪਨੇ ਜੈਸਾ। ਮਹਾਰਾਜ ਜੀ ਕਹਿੰਦੇ ਜਗਤ ਐਸਾ ਜਿਵੇਂ ਸੁਪਨਾ ਆਉਂਦਾ ਆਪਾਂ ਨੂੰ। ਰਾਤ ਨੂੰ ਆਪਾਂ ਸੌਂ ਜਾਂਦੇ ਹਾਂ ਗੁਰੂ ਕੀ ਸੰਗਤ। ਜਿਹੋ ਜਿਹੀ ਕਿਸੇ ਦੀ ਵਿਰਤੀ ਹੋਇਆ ਕਰਦੀ ਹੈ, ਉਹਨੂੰ ਉਹੋ ਜਿਹੇ ਰਾਤ ਨੂੰ ਸੁਪਨੇ ਆਉਂਦੇ ਆ। ਕਈ ਵਾਰੀ ਬੜੇ ਚੰਗੇ ਸੁਪਨੇ ਆਉਂਦੇ ਆ, ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ ਸੁਪਨੇ ਵਿੱਚ। ਜਦੋਂ ਜੀਵ ਜਾਗਰਤ ਅਵਸਥਾ ਵਿੱਚ ਆਉਂਦਾ ਹੈ, ਸਭ ਕੁਝ ਸਾਧ ਸੰਗਤ ਦੀ ਤੁੱਛ ਹੋਇਆ ਕਰਦਾ, ਕੁਝ ਵੀ ਨਹੀਂ। ਮਨਾ ਮੈਂ ਤਾਂ ਇੱਕ ਸੁਪਨਾ ਹੀ ਵੇਖ ਰਿਹਾ ਸੀ। ਕਈ ਵਾਰੀ ਭਿਆਨਕ ਸੁਪਨੇ ਆ ਜਾਂਦੇ ਨੇ। ਜਦੋਂ ਕਦੇ ਭਿਆਨਕ ਸੁਪਨਾ ਆਉਂਦਾ, ਜੀਵ ਉਬੜਵਾਏ ਉੱਠਦਾ। ਫਿਰ ਜਦੋਂ ਗੁਰੂ ਕੀ ਸੰਗਤ ਜਾਗਰਤ ਅਵਸਥਾ ਵਿੱਚ ਆਉਂਦਾ ਹੈ, ਹੋਸ਼ ਵਿੱਚ ਆ ਜਾਂਦਾ ਹੈ, ਇਹ ਸੋਚਦਾ ਮਨ ਇਹ ਸੱਚ ਨਹੀਂ ਸੀ, ਮੈਂ ਤਾਂ ਇੱਕ ਸੁਪਨਾ ਹੀ ਵੇਖ ਰਿਹਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਜੀ ਵੀ ਬਚਨ ਕਰਦੇ ਆ, ਫਿਰ ਰਾਮ ਗਇਓ ਰਾਵਨ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ। ਸੁਪਨੇ ਜਿਉਂ ਸੰਸਾਰ। ਨੌਵੇਂ ਪਾਤਸ਼ਾਹ ਜੀ ਦੇ ਬਚਨ ਨੇ ਹੈ ਮਨ, ਇਹ ਤਾਂ ਜਗ ਸੁਪਨੇ ਦੀ ਨਿਆਈ ਹੈ, ਇਹਨੂੰ ਮਨ ਸੱਚ ਜਾਣਦਾ ਨਹੀਂ। ਇਹ ਤਾਂ ਜਗ ਸੁਪਨੇ ਦੀ ਨਿਆਈ ਹੈ, ਜਿਹਨੂੰ ਮਨ ਸੱਚ ਜਾਣਦਾ। ਜਗ ਸੁਪਨੇ ਦੀ ਨਿਆਈ ਹੈ, ਇਹਨੂੰ ਮਨ ਸੱਚ ਜਾਣਦਾ ਵੀ। ਇਹ ਤਾਂ ਜਗ ਸੁਪਨੇ ਦੀ ਨਿਆਈ ਹੈ, ਇਹਨੂੰ ਮਨ ਸੱਚ ਜਾਣਦਾ।
ਸੱਚ ਜਾਣਦਾ। ਜਿਹਨੂੰ ਮਨਾਏ ਹੋਏ ਤੂੰ ਸੱਚ ਜਾਣਦਾ। ਜਿਹਨੂੰ ਮਨਾਏ ਹੋਏ ਤੂੰ ਸੱਚ ਜਾਣਦਾ। ਤਾਂ ਜਗ ਸੁਪਨੇ ਦੀ ਨਿਆਈ ਹੈ ਬਈ ਜਿਹਨੂੰ ਮਨਾ। ਇਹ ਤਾਂ ਜਗ ਸੁਪਨੇ ਦੀ ਨਿਆਈ ਹੈ ਬਈ ਜਿਹਨੂੰ ਮਨਾ। ਇਹ ਤਾਂ ਜਗ ਸੁਪਨੇ ਦੀ ਨਿਆਈ ਹੈ ਬਈ ਜਿਹਨੂੰ ਮਨਾ। ਇਹ ਤਾਂ ਜਗ ਸੁਪਨੇ ਦੀ ਨਿਆਈ ਹੈ ਬਈ ਜਿਹਨੂੰ ਮਨਾ। ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ। ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ। ਇਸ ਵਾਸਤੇ ਮੇਰੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸੈ ਅੰਤਰਜਾਮੀ। ਲੋਕ ਪਰਲੋਕ ਦੇ ਆਪ ਮਾਲਕ ਨੇ। ਉੱਥੇ ਪਰਮੇਸ਼ਰ ਕਾ ਥਾਨ। ਉੱਥੇ ਕਹਿੰਦੇ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਰਮੇਸ਼ਰ ਦਾ ਥਾਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਗਿਆਨ ਭਰੇ ਵਚਨਾਂ ਦੇ ਨਾਲ ਆਪਾਂ ਨੂੰ ਗੁਰੂ ਕੀ ਸੰਗਤ ਜਿਵੇਂ ਮਾਂ ਪਿਓ ਆਪਣੇ ਬੱਚਿਆਂ ਨੂੰ ਕੋਲ ਆਵਾਜ਼ਾਂ ਦੇ ਕੇ ਬੁਲਾਉਂਦੇ ਰਹਿੰਦੇ ਆ। ਜਦੋਂ ਬੱਚਾ ਕੋਲ ਆ ਜਾਂਦਾ ਹੈ ਫਿਰ ਉਹਨੂੰ ਉਪਦੇਸ਼ ਕਰਦੇ ਆ ਮਾਤਾ ਪਿਤਾ। ਪੁੱਤਰ ਆਹ ਕੰਮ ਕਰਨਾ ਜਿਹਦੇ ਨਾਲ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚ ਦੇ ਮਾਰਗ 'ਤੇ ਚੱਲਣਾ ਜੋ ਜਹਾਨ ਵਿੱਚ ਸੰਸਾਰ ਵਿੱਚ ਤੇਰੀ ਉਸਤਤ ਵਡਿਆਈ ਹੋਵੇਗੀ। ਸੋ ਮਾਤਾ ਪਿਤਾ ਪੈਰ ਪੈਰ 'ਤੇ ਬੱਚੇ ਦੀ ਅਗਵਾਈ ਕਰਦੇ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਆਤਮਾ ਸਰੂਪ ਦੇ ਮਾਤਾ ਪਿਤਾ ਨੇ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਸਹਿਜ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ। ਔਗਣ ਕੋ ਨਾ ਚਿਤਾਰਦਾ ਗਲ ਛੇਤੀ ਲਾਇਕ। ਮੋਹੇ ਮੰਗਾ ਸੋਈ ਦੇਵੰਦਾ ਹਰ ਪਿਤਾ ਸੁਖਦਾਇਕ। ਵਾਹਿਗੁਰੂ ਜੀ ਆਪਾਂ ਨੂੰ ਉੱਚੀਆਂ ਆਵਾਜ਼ਾਂ ਦੇ ਕੇ ਮਾਂ ਪਿਓ ਦੀ ਤਰ੍ਹਾਂ ਆਪਣੇ ਕੋਲ ਰੋਜ਼ਾਨਾ ਹੀ ਬੁਲਾਉਂਦੇ ਆ। ਬਾਣੀ ਵਿੱਚ ਸਤਿਗੁਰੂ ਆਵਾਜ਼ਾਂ ਮਾਰਦੇ ਨੇ ਕਿਉਂਕਿ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਰ। ਸਤਿਗੁਰੂ ਆਵਾਜ਼ਾਂ ਦਿੰਦੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਮਹਾਰਾਜ ਕਹਿੰਦੇ ਆ, ਮੇਰੇ ਗੁਰਸਿੱਖੋ
ਮੇਰੀ ਗੋਦ ਦੇ ਵਿੱਚ ਆਓ, ਇੱਥੇ ਬੈਠ ਕੇ ਸੱਚੀ ਗੁਰਬਾਣੀ ਨੂੰ ਜਪਣਾ ਕਰੋ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਸਾਰਿਆਂ ਨਾਲੋਂ ਸਰਮੋਰ ਬਾਣੀ ਹੈ ਜਿਹੜੀ ਗੁਰਾਂ ਨੇ ਉਚਾਰਨ ਕੀਤੀ ਹੋਈ ਹੈ, ਜਿਸ ਨੂੰ ਗੁਰਾਂ ਨੇ ਆਖਿਆ ਧੁਰ ਕੀ ਬਾਣੀ ਆਈ, ਤੈਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਇੱਕ ਇੱਕ ਗੁਰਬਾਣੀ ਦਾ ਬਚਨ ਗੁਰਾਂ ਦਾ ਸਦੀਵ ਕਾਲ ਵਾਸਤੇ ਅਟਲ ਹੈ। ਗੁਰੂ ਬਚਨਾਂ ਦੇ ਸੂਰਮੇ ਨੇ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਤਾਰਿਆ। ਤੋ ਗੁਰੂ ਪਾਤਸ਼ਾਹ ਰੋਜ਼ਾਨਾ ਹੀ ਆਪਾਂ ਨੂੰ ਆਵਾਜ਼ਾਂ ਦਿੰਦੇ ਆ, ਗੋਦ ਵਿੱਚ ਬਿਠਾਉਂਦੇ ਨੇ, ਫਿਰ ਗੁਰੂ ਕੀ ਸੰਗਤ ਉਪਦੇਸ਼ ਕਰਦੇ ਆ ਕਿ ਇਸ ਸੱਚੀ ਬਾਣੀ ਨੂੰ ਸੁਣਨਾ ਕਰ, ਜਪਣਾ ਕਰ, ਵਿਚਾਰ ਕਰ ਇਸ ਬਾਣੀ 'ਤੇ। ਬਾਣੀ ਵਿਚਾਰੀ ਹੈ ਜੀਓ। ਇਸ ਬਾਣੀ ਦੀ ਵਿਚਾਰ ਕਰੇਂਗਾ, ਜਿਉਂ-ਜਿਉਂ ਤੇਰੀ ਆਤਮਿਕ ਅਵਸਥਾ ਉੱਚੀ ਹੁੰਦੀ ਜਾਵੇਗੀ, ਤਿਉਂ-ਤਿਉਂ ਤੈਨੂੰ ਪਰਮੇਸ਼ਰ ਜੀ ਦੇ ਨਾਮ ਦਾ ਰੰਗ ਵੀ ਚੜ੍ਹਦਾ ਜਾਵੇਗਾ। ਇੱਕ ਦਿਨ ਦੀ ਅਵਸਥਾ ਨਹੀਂ ਬਣ ਜਾਂਦੀ, ਰੋਜ਼ਾਨਾ ਸੰਗਤ ਕਰਨੀ ਪੈਂਦੀ ਹੈ ਗੁਰਾਂ ਦੀ। ਰੋਜ਼ਾਨਾ ਹੀ ਬਾਣੀ ਪੜ੍ਹਨੀ ਪੈਂਦੀ ਹੈ, ਸੇਵਾ ਸਿਮਰਨ ਕਰਨਾ ਪੈਂਦਾ, ਜਿਸ ਮਕਸਦ ਵਾਸਤੇ ਸਰੀਰ ਜੰਮਾ ਮਿਲਿਆ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ। ਪਰਮੇਸ਼ਰ ਵਾਹਿਗੁਰੂ ਕਿਰਪਾ ਕਰ ਦੇਵੇ ਅਤੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਜਾਵੇ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਉਸ ਵੇਲੇ ਤੋਂ ਕੁਰਬਾਨ ਜਾਈਏ, ਗੁਰੂ ਜੀ ਕਹਿੰਦੇ ਬਲਿਹਾਰ ਜਾਈਏ, ਜਿਹੜੇ ਵੇਲੇ ਗੁਰੂ ਦੇ ਚਰਨਾਂ ਵਿੱਚ ਆ ਜਾਂਦੇ ਆ। ਤੋ ਇਸ ਕਰਕੇ ਗੁਰੂ ਕੀ ਸੰਗਤ ਮਹਾਰਾਜ ਵਚਨ ਕਰਦੇ, ਇੱਥੇ ਬੈਠ ਕੇ ਸੱਚੀ ਬਾਣੀ ਨੂੰ ਜਪਣਾ ਕਰੋ, ਸਰਵਣ ਕਰਨਾ ਕਰੋ ਔਰ ਬਾਣੀ ਦੀ ਵਿਚਾਰ ਕਰੋ। ਫਿਰ ਤੁਹਾਨੂੰ ਤੁਹਾਡੇ ਹਿਰਦੇ ਵਿੱਚ ਬਾਣੀ ਵਸ ਜਾਵੇਗੀ, ਗੁਰਾਂ ਦੀ ਕਿਰਪਾ ਹੋ ਜਾਵੇਗੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਤੁਹਾਡੇ ਉੱਪਰ ਕਿਰਪਾ ਕਰ ਦੇਵੇਗਾ ਭਾਈ, ਤੁਸੀਂ ਰੋਜ਼ਾਨਾ ਮਹਾਂਪੁਰਖਾਂ ਦੀ ਗੁਰੂ ਦੀ ਸੰਗਤ ਕਰੋਗੇ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ, ਜਿਉਂ-ਜਿਉਂ ਉਹ ਵਧਾਈ ਹੈ, ਤਿਉਂ-ਤਿਉਂ ਹਰਸਿਉ ਰੰਗ। ਜਿਉਂ-ਜਿਉਂ ਗੁਰੂ ਕੀ ਸੰਗਤ ਪਰਮੇਸ਼ਰ ਜੀ ਦਾ ਨਾਮ ਜਪਣਾ ਵਧਾਉਂਦੇ ਜਾਵੋਗੇ ਚੰਗੇ ਕਰਮਾਂ ਨੂੰ, ਤਿਉਂ-ਤਿਉਂ ਪਰਮੇਸ਼ਰ ਜੀ ਦੇ ਨਾਮ ਦਾ ਰੰਗ ਚੜ੍ਹਦਾ ਜਾਵੇਗਾ। ਇਹ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਉਹਦੇ ਵਾਸਤੇ ਗੁਰੂ ਕੀ ਸੰਗਤ ਸਰੀਰ ਜਾਮਾ ਹੀ ਬੜਾ ਦੁਰਲਭ ਹੈ। ਹੁਣ ਕੁਝ ਵਿਚਾਰ ਕਰੀਏ। 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਜਦੋਂ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਵਿਖੇ ਗਏ ਨੇ, ਗੁਰੂ ਕੀ ਸੰਗਤ ਕਿੰਨੇ ਦੁਸ਼ਟਾਂ ਦੋਖੀਆਂ ਦਾ ਨਾਸ਼ ਕਰਦੇ ਹੋਏ ਸਤਿਗੁਰੂ ਜੀ ਆਪਣਾ ਸਾਰਾ ਪਰਿਵਾਰ ਵੀ ਵਾਰ ਗਏ ਅਤੇ ਗੁਰੂ ਕੀ ਸੰਗਤ ਸਾਬੋ ਕੀ ਤਲਵੰਡੀ ਪਹੁੰਚੇ ਭਾਈ ਡੱਲੇ ਦੇ ਕੋਲ। ਉੱਥੇ ਗੁਰੂ ਕਾ ਸਿੱਖ ਭਾਈ ਡੱਲਾ ਸਾਧ ਸੰਗਤ ਜੀ ਰਹਿੰਦਾ ਸੀ, ਜਿਹਦੇ ਕੋਲ ਸਤਿਗੁਰੂ ਜੀ ਨੇ ਕਿੰਨਾ ਸਮਾਂ ਗੁਜ਼ਾਰਿਆ। ਡੱਲੇ ਨੇ ਸਤਿਗੁਰੂ ਜੀ ਦੇ ਤਨ ਮਨ ਧਨ ਸਭ ਸੌਂਪ, ਗੁਰ ਕੋ ਹੁਕਮ ਮੰਨਿਆ ਪਾਈਐ। ਸਤਿਗੁਰੂ ਜੀ ਨੂੰ ਤਨ ਮਨ ਅਰਪਣ ਕਰਕੇ ਮਹਾਰਾਜ ਜੋ ਕੁਝ ਹੈ ਤੁਹਾਡਾ ਹੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸਭ ਕੁਝ ਗੁਰਾਂ ਨੂੰ ਅਰਪਣ ਕਰ ਦਿੱਤਾ, ਸੇਵਾ ਵਿੱਚ ਤਤਪਰ ਹੋ ਗਿਆ ਅਤੇ ਮਨ ਦੇ ਵਿੱਚ ਭਾਵਨਾ ਵੀ ਹੈ ਕਿਤੇ ਮੇਰੇ ਸਤਿਗੁਰੂ ਪ੍ਰਸੰਨ ਹੋਣਗੇ। ਅਤੇ ਦਿਲ ਦੀਆਂ ਜਿਹੜੀਆਂ ਭਾਵਨਾਵਾਂ ਹੋਇਆ ਕਰਦੀਆਂ ਨੇ ਗੁਰਾਂ ਕੋਲੋਂ ਮੰਗ ਮੰਗਾਂਗਾ। ਇੱਕ ਦਿਨ ਉਹ ਸਮਾਂ ਵੀ ਆ ਗਿਆ। ਗੁਰੂ ਕੀ ਸੰਗਤ ਕਲੰਗੀਆਂ ਵਾਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਡੱਲੇ ਦੀ ਸੇਵਾ ਤੋਂ ਸਿਮਰਨ ਨੂੰ ਸਾਧ ਸੰਗਤ ਵੇਖ ਕੇ ਪ੍ਰਸੰਨ ਹੋ ਗਏ, ਖੁਸ਼ ਹੋ ਗਏ। ਮੇਰੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਡੱਲਿਆ, ਭਾਈ ਤੇਰੇ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬੜੀ ਪ੍ਰਸੰਨਤਾ, ਤੈਂ ਸਾਡੀ ਬੜੀ ਸੇਵਾ ਕੀਤੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਗੁਰੂ ਕੀ ਸੰਗਤ ਗੁਰ ਪੀਰਾਂ ਕੀ ਚਾਕਰੀ,
ਮਹਾਂ ਕਰੜੀ ਸੁਖ ਸਾਰ। ਬਹੁਤ ਔਖੀ ਹੋਇਆ ਕਰਦੀ ਹੈ ਗੁਰੂ ਪੀਰਾਂ ਦੀ ਜਿਹੜੀ ਸੇਵਾ ਹੋਇਆ ਕਰਦੀ ਹੈ, ਪਰ ਉਹਦਾ ਸੁੱਖ ਬਹੁਤ ਉੱਤਮ ਨਿਕਲਦਾ ਹੈ ਗੁਰੂ ਕੀ ਸੰਗਤ। ਅੱਜ ਸਤਿਗੁਰੂ ਜੀ ਨੇ ਜਦੋਂ ਆਖਿਆ, ਭਾਈ ਡੱਲਿਆ, ਭਾਈ ਤੇਰੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਪ੍ਰਸੰਨ ਨੇ, ਤੈਂ ਸਾਡੀ ਬੜੀ ਸੇਵਾ ਕੀਤੀ ਹੈ, ਕੁਝ ਮੰਗ ਲੈ ਜੋ ਤੇਰੇ ਮਨ ਦੀ ਭਾਵਨਾ ਹੈ। ਭਾਈ ਡੱਲਾ ਕੀ ਕਹਿਣ ਲੱਗਿਆ, ਸਤਿਗੁਰੂ ਇਸ ਲੋਕ ਦੇ ਵਿੱਚ ਤੁਸੀਂ ਮੈਨੂੰ ਬਹੁਤ ਸੁੱਖ ਦਿੱਤੇ ਨੇ, ਜੋ ਸੰਸਾਰ ਦੇ ਸੁੱਖ ਹੋਇਆ ਕਰਦੇ ਆ ਸਤਿਗੁਰੂ, ਉਹ ਤੁਸੀਂ ਸਾਰੇ ਸੁੱਖ ਮੇਰੀ ਝੋਲੀ ਦੇ ਵਿੱਚ ਪਾਏ ਨੇ। ਮਹਾਰਾਜ ਲੋਕ ਦਾ ਵਿੱਚ ਮੈਨੂੰ ਹੁਣ ਕੁਝ ਨਹੀਂ ਚਾਹੀਦਾ। ਅੱਗੇ ਮੈਂ ਉਹ ਸਮਾਂ ਨੂੰ ਦੇਖ ਰਿਹਾ ਕਿ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਪੰਨ। ਇੱਕ ਦਿਨ ਮੌਤ ਵਾਲਾ ਸਮਾਂ ਜ਼ਰੂਰ ਆ ਜਾਣਾ। ਸਤਿਗੁਰੂ ਜੀ ਅੰਤ ਸਮਾਂ ਜਦੋਂ ਮੇਰਾ ਆਵੇਗਾ, ਮੇਰੀ ਇਹ ਮੰਗ ਹੈ, ਇਹ ਬੇਨਤੀ ਹੈ ਕਿ ਇਸ ਲੋਕ ਵਿੱਚ ਤਾਂ ਮੈਨੂੰ ਹੁਣ ਕੁਝ ਨਹੀਂ ਚਾਹੀਦਾ, ਪਰ ਲੋਕ ਦੇ ਵਿੱਚ ਜਦੋਂ ਮੈਂ ਆਵਾਂ ਆਤਮਾ ਨਿਜ ਸਰੂਪ ਕਰਕੇ ਤੁਹਾਡੇ ਚਰਨਾਂ ਵਿੱਚ, ਦਰਗਾਹ ਦੇ ਵਿੱਚ ਮੈਨੂੰ ਪੀੜੀ ਜਿੰਨੀ ਜਗ੍ਹਾ ਦੇ ਦਿਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਮੰਗ ਮੰਗੀ ਗੁਰੂ ਕੀ ਸੰਗਤ। ਮਹਾਰਾਜ ਜਦੋਂ ਦਰਗਾਹ ਦੇ ਵਿੱਚ ਆਵਾਂ ਤਾਂ ਪੀੜੀ ਜਿੰਨੀ ਜਗ੍ਹਾ ਦੇ ਦਿਓ ਸੱਚਖੰਡ ਵਿੱਚ, ਇਹ ਮੇਰੀ ਮੰਗ ਹੈ। ਜਨਮ ਮਰਨ ਤੋਂ ਰਹਿਤ ਕਰ ਦਿਓ, ਕਿਉਂਕਿ ਗੁਰੂ ਕੀ ਸੰਗਤ ਇਹ ਕੰਮ ਗੁਰੂ ਇਹ ਕਰ ਸਕਦਾ, ਗੁਰੂਆਂ ਤੋਂ ਬਿਨਾਂ ਨਹੀਂ ਕੋਈ ਕਰ ਸਕਦਾ ਸੰਸਾਰ ਦੇ ਵਿੱਚ। ਅੱਜ ਬੜੇ ਗੁਰੂ ਬਣੇ ਬੈਠੇ ਆ ਸੰਸਾਰ ਦੇ ਵਿੱਚ, ਅਤੇ ਆਪਾਂ ਉਹਨਾਂ ਕੋਲ ਜਾਂਦੇ ਵੀ ਹਾਂ, ਕੱਚੇ ਪਿੱਲੇ ਗੁਰੂ। ਅਤੇ ਮਹਾਰਾਜ ਫਿਰ ਉਹਨਾਂ ਦੀ ਬਾਬਤ ਬਚਨ ਕਰਦੇ ਆ, ਕਬੀਰ ਮਾਏ ਮੋਡੋਹ ਤੇ ਗੁਰੂ ਕੀ ਜਾਤੇ ਭਰਮ ਨ ਜਾਏ, ਆਪ ਡੁੱਬੇ ਚੌਹ ਵੇਦ ਮੈਂ ਚੇਲੇ ਦੀਏ ਬਹਾਈ। ਕੱਚਾ ਗੁਰੂ ਆਪ ਵੀ ਡੁੱਬ ਜਾਂਦਾ, ਚੇਲਿਆਂ ਨੂੰ ਵੀ ਲੈ ਬਹਿੰਦਾ। ਕੱਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਗੁਰਾਂ ਤੋਂ ਤੁਹਾਨੂੰ ਮੁਕਤੀ ਵੀ ਨਹੀਂ ਪ੍ਰਾਪਤ ਹੋ ਸਕੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੁਕਤੀ ਦੀ ਦਾਤ ਹੈ ਗੁਰੂ ਇਹ ਦੇ ਸਕਦੇ ਨੇ, ਸਮਰੱਥ ਗੁਰੂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਪੂਰਿਆਂ ਗੁਰਾਂ ਤੋਂ ਬਿਨਾਂ ਮੁਕਤੀ ਦੀ ਦਾਤ ਪ੍ਰਾਪਤ ਨਹੀਂ ਹੁੰਦੀ ਗੁਰੂ ਕੀ ਸੰਗਤ। ਤੋ ਅੱਜ ਪੂਰਨ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਪ੍ਰਸੰਨ ਹੋ ਗਏ। ਭਾਈ ਡੱਲੇ ਨੇ ਮੰਗ ਮੰਗੀ, ਮਹਾਰਾਜ ਜੋ ਦਰਗਾਹ ਵਿੱਚ ਆਵਾਂਗਾ ਕਿਰਪਾ ਕਰ ਦਿਓ, ਪੀੜੀ ਜਿੰਨੀ ਜਗ੍ਹਾ ਦੇ ਦਿਓ ਸੱਚਖੰਡ ਵਿੱਚ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਡੱਲਿਆ ਇਹ ਨਹੀਂ ਹੋ ਸਕਣਾ। ਇਹ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੋਰ ਜੋ ਕੁਝ ਮਰਜ਼ੀ ਮੰਗ ਲੈ, ਤੈਨੂੰ ਸਭ ਕੁਝ ਮਿਲ ਜਾਵੇਗਾ, ਪਰ ਇਹ ਜਿਹੜੀ ਤੈਂ ਮੰਗ ਮੰਗੀ ਹੈ ਤੈਨੂੰ ਪ੍ਰਾਪਤ ਨਹੀਂ ਹੋ ਸਕਣੀ। ਪਾਤਸ਼ਾਹ ਕਿਉਂ? ਕਿਰਪਾ ਕਰੋ, ਹੁਣ ਤੁਸੀਂ ਪ੍ਰਸੰਨ ਹੋਏ ਹੋ, ਬਚਨ ਦਿੱਤਾ ਕੁਝ ਮੰਗ ਲੈ, ਅਤੇ ਮੈਂ ਮੰਗ ਲਈ ਹੈ ਮਹਾਰਾਜ। ਅਤੇ ਕਿਉਂ, ਕੀ ਕਾਰਨ ਹੈ ਆਪ ਜੀ ਐਸਾ ਕਿਉਂ ਕਹਿੰਦੇ ਹੋ ਕਿ ਮੈਨੂੰ ਸੱਚਖੰਡ ਵਿੱਚ ਜਗ੍ਹਾ ਨਹੀਂ ਪ੍ਰਾਪਤ ਹੋ ਸਕਦੀ? ਸਾਹਿਬ ਜੀ ਕਹਿਣ ਲੱਗੇ, ਭਾਈ ਡੱਲਿਆ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦਾ ਸਿਧਾਂਤ ਹੈ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ 9ਵੀਂ ਪਾਤਸ਼ਾਹੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਚਰਨ ਪਹਲ ਸਿੱਖ ਨੂੰ ਦਿੱਤੀ ਜਾਂਦੀ ਸੀ। ਉਹਨੂੰ ਅੰਮ੍ਰਿਤ ਦਿੱਤਾ ਜਾਂਦਾ ਸੀ ਚਰਨਾਂ 'ਤੇ ਪਾ ਕੇ। ਜਿਹੜਾ ਸਿੱਖ ਉਸ ਪਹਲ ਨੂੰ ਲੈ ਲੈਂਦਾ ਸੀ ਉਹ ਗੁਰੂ ਦਾ ਹੋ ਜਾਂਦਾ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸੀ ਇਹਨੇ ਗੁਰੂ ਦਾ ਅੰਮ੍ਰਿਤ ਲੈ ਲਿਆ, ਇਹ ਸਿੱਖ ਬਣ ਗਿਆ। ਚਰਨ ਪਹਲ, ਚਰਨਾਂ ਨੂੰ ਧੋ ਕੇ ਚਰਨ ਪਹਲ ਦਿੱਤੀ ਜਾਂਦੀ ਸੀ ਸਿੱਖ ਨੂੰ। ਗੁਰੂ ਕੀ ਸੰਗਤ ਉਹ ਛਕ ਕੇ ਗੁਰੂ ਦਾ ਸਿੱਖ ਕਹਾ ਸਕਦਾ ਸੀ। ਉਹਨੂੰ ਸਤਿਗੁਰੂ ਜੀ ਲੋਕ ਪਰਲੋਕ ਦੇ ਉਹਦੇ ਰਾਖੇ ਹੋ ਜਾਂਦੇ ਸੀ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਇਸ ਲੋਕ ਵਿੱਚ ਵੀ, ਦਰਗਾਹ ਵਿੱਚ ਵੀ ਸਤਿਗੁਰੂ ਰਾਖੇ ਹੋ ਜਾਂਦੇ ਸੀ। ਫਿਰ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਜੀਵਾਂ ਦੇ ਜਗਤ ਦਾ ਕਲਿਆਣ ਕਰਨ ਵਾਸਤੇ ਆਏ, ਜਿਨ੍ਹਾਂ ਨੂੰ ਨਿਰੰਕਾਰ ਨੇ ਆਪਣਾ ਪੁੱਤਰ ਬਣਾ ਕੇ ਭੇਜਿਆ। ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਜਿਨ੍ਹਾਂ ਨੇ ਨਿਰੰਕਾਰ ਦੇ ਹੁਕਮ ਅਨੁਸਾਰ ਖਾਲਸਾ ਪੰਥ ਫਿਰ ਪ੍ਰਗਟ ਕੀਤਾ। ਖਾਲਸਾ ਪਰ ਅਕਾਲ ਪੁਰਖ ਕੀ ਫੌਜ,
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਮੌਜ ਵਿੱਚੋਂ ਖਾਲਸਾ ਪ੍ਰਗਟ ਹੋਇਆ। ਇਹਦਾ ਜਨਮ ਨਹੀਂ ਹੋਇਆ, ਇਹ ਸਦਾ ਹੀ ਰਹਿਣ ਵਾਲਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਕੀ ਸੰਗਤ 10ਵੇਂ ਪਾਤਸ਼ਾਹ ਜੀ ਨੇ ਨਿਰੰਕਾਰ ਜੀ ਦੇ ਹੁਕਮ ਅਨੁਸਾਰ ਜਿਸ ਮਕਸਦ ਵਾਸਤੇ ਸੰਸਾਰ ਵਿੱਚ ਆਏ ਸੀ, ਉਸ ਚਰਨ ਪੌਹਲ ਨੂੰ ਸਤਿਗੁਰੂ ਜੀ ਨੇ ਖੰਡੇ ਬਾਟੇ ਦੀ ਪੌਹਲ ਦੇ ਵਿੱਚ ਵਰਤਾ ਦਿੱਤਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਬਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਆਪਾਂ ਨੂੰ ਹੁਕਮ ਕੀਤਾ ਪੀਵੋ ਪੌਹਲ ਖੰਡ ਧਾਰ, ਹੋਏ ਜਨਮ ਸੁਹੇਲਾ। ਸਤਿਗੁਰੂ ਜੀ ਨੇ ਆਖਿਆ ਭਾਈ ਡੱਲਿਆ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਇਹ ਮਰਿਆਦਾ ਬਣ ਗਈ ਹੈ ਕਿ ਜੋ ਅਸੀਂ 5 ਪਿਆਰਿਆਂ ਨੂੰ ਬਖਸ਼ਿਸ਼ ਕੀਤੀ ਹੈ, ਹੋਰ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਤੇ ਉਹ ਖੰਡੇ ਬਾਟੇ ਦੀ ਪੌਹਲ ਬਣ ਗਈ ਹੈ। ਪਰ ਤੈਂ ਆਪਣੇ ਪਰਿਵਾਰ ਸਮੇਤ ਨਾ ਤਾਂ ਤੈਂ ਅੰਮ੍ਰਿਤ ਛਕਿਆ, ਨਾ ਤੇਰੇ ਪਰਿਵਾਰ ਨੇ ਛਕਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਫੇਰ ਤੈਨੂੰ ਭਾਈ ਤੂੰ ਗੁਰੂ ਦਾ ਤਾਂ ਬਣਿਆ ਨਹੀਂ, ਫਿਰ ਤੈਨੂੰ ਸੱਚਖੰਡ ਵਿੱਚ ਕਿੱਥੋਂ ਜਗ੍ਹਾ ਪ੍ਰਾਪਤ ਹੋ ਸਕੇਗੀ। ਫਿਰ ਭਾਈ ਡੱਲੇ ਨੇ ਚਰਨਾਂ ਵਿੱਚ ਨਮਸਕਾਰ ਕੀਤੀ, ਪਰਿਵਾਰ ਸਹਿਤ ਅੰਮ੍ਰਿਤ ਛਕਿਆ ਗੁਰੂ ਕੀ ਸੰਗਤ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਇਹ ਉਪਦੇਸ਼ ਹੁੰਦਾ ਇੱਕ ਨੂੰ ਨਹੀਂ ਹੁੰਦਾ, ਸਾਰੇ ਜਗਤ ਨੂੰ ਹੁੰਦਾ ਨਿਰੰਕਾਰ ਦਾ। ਵਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਮਹਾਂਪੁਰਖ ਕਿਸੇ ਦੇ ਪਰਥਾਏ ਬਚਨ ਕਰਦੇ ਆ। ਜਿਵੇਂ ਹੁਣ ਅੱਜ ਦਾ ਸਿੱਖ ਕਹੇ ਤਾਂ ਭਾਈ ਡੱਲੇ ਨੂੰ ਹੀ ਕਿਹਾ ਸੀ ਮਹਾਰਾਜ ਨੇ, ਉਹਦੇ ਪਰਿਵਾਰ ਨੂੰ ਕਿਹਾ ਸੀ ਵੀ ਅੰਮ੍ਰਿਤ ਛਕ ਲੈ, ਤਾਂ ਤੈਨੂੰ ਪੀੜ੍ਹੀ ਜਿੰਨੀ ਕਹੇਗਾ ਉਨੀ ਉਹ ਜਗ੍ਹਾ ਮਿਲ ਜਾਵੇਗੀ ਸੱਚਖੰਡ ਵਿੱਚ। ਵੀ ਇਹ ਤਾਂ ਡੱਲੇ ਨੂੰ ਹੀ ਕਿਹਾ ਸੀ, ਉਹਦੇ ਪਰਿਵਾਰ ਨੂੰ ਕਿਹਾ ਸੀ। ਨਹੀਂ ਗੁਰੂ ਕੀ ਸੰਗਤ, ਪਰਮੇਸ਼ਰ ਦਾ ਇੱਕ ਇੱਕ ਬਚਨ ਕਿਸੇ ਦੇ ਪਰਥਾਏ ਭਾਵੇਂ ਉਹ ਬੋਲਦੇ ਹੋਣ, ਪਰ ਉਪਦੇਸ਼ ਖੱਤਰੀ ਬ੍ਰਾਹਮਣ ਸੂਤ ਵੈਸ਼, ਉਪਦੇਸ਼ 4 ਵਰਨਾਂ ਕੋ ਸਾਂਝਾ। ਚਾਰੇ ਵਰਨਾਂ ਨੂੰ ਗੁਰੂ ਦਾ ਉਪਦੇਸ਼ ਸਾਂਝਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਤੇ ਗੁਰਮੁਖ ਨੇ ਜਿਹੜੇ ਇਸ ਬਚਨ ਦੇ ਉੱਪਰ ਪਹਿਰਾ ਦਿੰਦੇ ਨੇ, ਜੋ ਗੁਰਾਂ ਨੇ ਮਰਿਆਦਾ ਬਣਾਈ ਹੈ। ਤੇ ਗੁਰੂ ਕੀ ਸੰਗਤ ਮੈਂ ਦਾਸ ਇਹ ਬੇਨਤੀ ਜੋਦੜੀ ਕਰੂੰਗਾ, ਅੱਜ ਦੇ ਸਮੇਂ ਤੋਂ ਇਹ ਸਿੱਖਿਆ ਲੈਣੀ ਬਣਦੀ ਹੈ। ਮੌਤ ਵਾਲਾ ਸਮਾਂ, ਜਿਸ ਦੇ ਸਾਧ ਸੰਗਤ ਜੀ, ਜਿਸ ਅਧੀਨ ਆਪਾਂ ਗੁਰੂ ਦੇ ਚਰਨਾਂ ਵਿੱਚ ਬੈਠੇ, ਮੌਤ ਇੱਕ ਅਟੱਲ ਸੱਚਾਈ ਹੈ, ਆਪਣੇ ਉੱਪਰ ਵੀ ਆ ਜਾਣੀ ਹੈ। ਜੋ ਉਪਜਿਓ ਸੋ ਬਿਨਸ ਹੈ, ਕਿਸੇ ਦੀ ਕੋਈ ਲਿਹਾਜ਼ ਨਹੀਂ। ਜਿਹਦਾ ਵੀ ਸਮਾਂ ਪੂਰਾ ਹੋ ਗਿਆ, ਉਹਨੂੰ ਮੌਤ ਨੇ ਆ ਕੇ ਝਪਟ ਜ਼ਰੂਰ ਮਾਰ ਲੈਣੀ ਹੈ। ਇਸ ਕਰਕੇ ਸੰਸਾਰ ਦੇ ਵਿੱਚੋਂ ਇੱਕ ਦਿਨ ਜ਼ਰੂਰ ਜਾਣਾ ਹੈ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਦਾ ਧੀਰ। ਮਰਨਾ ਤਾਂ ਜ਼ਰੂਰ ਹੈ, ਫਿਰ ਗੁਰੂ ਦੇ ਲੜ ਲੱਗ ਕੇ ਕਿਉਂ ਨਾ ਮਰੀਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸੰਗਤ, ਜੇ ਗੁਰੂ ਦੇ ਲੜ ਲੱਗ ਕੇ ਮਰਾਂਗੇ, ਗੁਰੂ ਆਪਾਂ ਨੂੰ ਸੰਭਾਲ ਲੈਣਗੇ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਦਾਸ ਦੇ ਦਾਦਾ ਜੀ ਬਾਪੂ ਸੁੰਦਰ ਸਿੰਘ ਜੀ, ਮੈਂ ਦਾਸ ਉਹਨਾਂ ਦੇ ਨਾਲ ਕੀਰਤਨ ਕਰਾਉਂਦਾ ਰਿਹਾ। ਇਹ ਧਾਰਨਾ ਪੜਾਇਆ ਕਰਦੇ, ਗੁਰੂ ਮਹਾਰਾਜ ਜੀ ਦੇ ਬਚਨ ਨੇ। ਉਹ ਸਤਿਗੁਰ ਲੈਣਗੇ ਛਡਾ ਵੇਲੇ ਅੰਤ ਦੇ, ਸਤਿਗੁਰ ਲੈਣਗੇ ਛਡਾ ਵੇਲੇ ਅੰਤ ਦੇ ਜੀ। ਸਤਿਗੁਰ ਵੇਲੇ ਅੰਤ ਦੇ ਜੀ, ਵੇਲੇ ਅੰਤ ਦੇ, ਉਹ ਵੇਲੇ ਅੰਤ ਦੇ ਜੀ, ਵੇਲੇ ਅੰਤ ਦੇ।
ਸਤਿਗੁਰ ਲੈਣਗੇ ਛਡਾ ਵੇਲੇ ਅੰਤ ਦੇ, ਸਤਿਗੁਰ ਲੈਣਗੇ ਛਡਾ ਵੇਲੇ ਅੰਤ ਦੇ ਜੀ। ਸਤਿਗੁਰ ਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਤੋ ਅੱਜ ਦੇ ਦੀਵਾਨ ਦੀ ਜੋ ਸੋਗਮਈ ਸਮੇਂ ਦੇ ਵਿੱਚ, ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ, ਸ੍ਰੀ ਕੋਏ ਸਾਡੇ ਵੱਡੇ ਵੀਰ ਸਰਦਾਰ ਬੁੱਧ ਸਿੰਘ ਜੀ, ਜੋ ਬੜੇ ਪਿਆਰ ਵਾਲੇ ਸਨ, ਹਰੇਕ ਨਾਲ ਪਿਆਰ ਕਰਦੇ ਸਨ, ਬੜਾ ਨਿਮਰਤਾ ਵਾਲਾ ਉਹਨਾਂ ਦਾ ਸੁਭਾਅ ਸੀ। ਤੋ ਗੁਰੂ ਕੀ ਸੰਗਤ, ਮੈਂ ਦਾਸ ਨੇ ਉਹਨਾਂ ਨੂੰ ਕਦੇ ਕਿਸੇ ਨਾਲ ਲੜਦੇ ਝਗੜਦੇ ਨਹੀਂ ਸੀ ਦੇਖਿਆ। ਆਪ ਜੀ ਵੀ ਬਹੁਤ ਜਾਣਦੇ ਹੋ ਉਹਨਾਂ ਬਾਰੇ। ਅੱਜ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਇੱਕ ਦਿਨ ਉਹਨਾਂ ਦੇ ਜਾਣ ਤੋਂ ਸਿੱਖਿਆ ਲੈ ਲਈਏ, ਆਪਣੇ ਉੱਪਰ ਵੀ ਇਹ ਸਮਾਂ ਆ ਜਾਣਾ, ਮੌਤ ਵਾਲਾ ਸਮਾਂ। ਇਸ ਕਰਕੇ ਇਹ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਆਓ ਗੁਰੂ ਵਾਲੇ ਬਣ ਜਾਈਏ। ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਖੰਡੇ ਬਾਟੇ ਵਾਲਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਈਏ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੋਲੇ ਬਣ ਜਾਈਏ। ਨਾਨਕ ਸਤਿਗੁਰ ਕਰ ਕੇ ਗੋਲੇ, ਗੁਰੂ ਦੇ ਘਰ ਦੇ ਗੋਲੇ ਸੇਵਕ ਬਣ ਜਾਈਏ। ਤੇ ਫਿਰ ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ, ਤਤ ਕਾਲ ਹੋਏ ਆਵੈ। ਤਿਸ ਸੇਵਕ ਕੈ ਹੋਂ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਬਰਸਣ ਆਵੈ। ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਆਪ ਵੀ ਨਾਮ ਜਪੀਏ, ਗੁਰੂ ਵਾਲੇ ਬਣੀਏ, ਔਰ ਸੰਗਤ ਨੂੰ ਜਪਾਈਏ, ਗੁਰੂ ਦੇ ਲੜ ਲਾਈਏ, ਆਪਣਾ ਆਪਣਾ ਫਰਜ਼ ਸਮਝੀਏ। ਤੋ ਗੁਰੂ ਕੀ ਸੰਗਤ, ਗੁਰੂ ਦੇ ਨਾਲ ਜੁੜਿਆਂ ਸੁਖ ਹੀ ਸੁਖ ਨੇ। ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ, ਸੱਚਾ ਪਿੜ ਮਿਲਿਆ। ਇਹ ਮੁਰਾਤਬੇ ਸਹਿਜੇ ਹੀ ਗੁਰਾਂ ਦੇ ਕੋਲੋਂ ਪ੍ਰਾਪਤ ਹੋ ਜਾਂਦੇ ਨੇ। ਗੁਰਮੁਖਾਂ ਵਾਲੀਆਂ ਪਦਵੀਆਂ, ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ, ਸੱਚਾ ਪਿੜ ਮਿਲਿਆ। ਇਹੀ ਆਪਣੇ ਜੀਵਨ ਦਾ ਨਿਸ਼ਾਨਾ ਹੈ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੋ ਆਓ ਗੁਰੂ ਕੀ ਸੰਗਤ, ਸਮਾਂ ਹੋ ਗਿਆ। ਸਾਰੀਆਂ ਸੰਗਤਾਂ ਨੇ ਆਪਾਂ ਰਲ ਕੇ ਕੀਰਤਨ ਭਗਤੀ ਦੁਆਰਾ ਭਾਈ ਸਾਹਿਬ ਸਰਦਾਰ ਬੁੱਧ ਸਿੰਘ ਜੀ, ਸਾਡੇ ਵੱਡੇ ਵੀਰ ਦੀ ਆਤਮਾ ਨੂੰ ਕੀਰਤਨ ਭਗਤੀ ਦੁਆਰਾ ਉਹ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਜਿੱਥੇ ਤੁਸੀਂ ਸਾਰੀਆਂ ਸੰਗਤਾਂ ਸਾਹਿਬ ਦੇ ਚਰਨਾਂ ਵਿੱਚ ਇਕੱਤਰ ਹੋਏ ਹੋ, ਆਓ ਹੁਣ ਉਹ ਸਮਾਂ ਆ ਗਿਆ ਵਿਦਾਇਗੀ ਦੇਣ ਦਾ। ਆਓ ਪਹਿਲਾਂ ਆਨੰਦ ਸਾਹਿਬ ਜੀ ਦਾ ਜਾਪ ਕਰੀਏ ਜੀ, ਉਪਰੰਤ ਅਰਦਾਸਾਂ ਵਿੱਚ ਸ਼ਾਮਲ ਹੋ ਕੇ ਬੇਨਤੀਆਂ ਜੋਦੜੀਆਂ ਕਰੀਏ ਕਿ ਵਾਹਿਗੁਰੂ ਕਿਰਪਾ ਕਰਿਓ। ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਭੌਜਲ ਫੇਰਾ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ। ਸਤਿਗੁਰੂ ਕਿਰਪਾ ਕਰਨ, ਇਹਨਾਂ ਦੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਿੱਛੇ ਪਰਿਵਾਰ ਨੂੰ, ਸੰਗਤਾਂ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਓ ਸਾਰੀਆਂ ਸੰਗਤਾਂ ਨੂੰ ਕੋਈ ਰਸਨਾ ਬਾਂਝੀ ਨਾ ਰਹੇ, ਸਾਰੀਆਂ ਸੰਗਤਾਂ ਰਸਨਾ ਪਵਿੱਤਰ ਕਰੋ ਜੀ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਰਾਮ ਕਲੀ ਮਹੱਲਾ ਤੀਜਾ। ਆਨੰਦ
ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਹਰ ਨਾਲ ਰਹੋ ਮਨ ਮੇਰੇ, ਦੁੱਖ ਸਭ ਵਿਸਾਰਨਾ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਕਿਆ ਨਾਹੀਂ ਕਰ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਬਾਜ ਸ਼ਬਦ ਕਮੇਰੇ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ ਬਾਜੇ। ਗੁਰ ਕਰਮ ਪਾਇਆ ਬੁੱਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਹਰਿ ਪ੍ਰਭ ਆਇਆ, ਉਤਰੇ ਸਗਲ ਵਿਸੋਰੇ। ਸੁਣੇ ਸੱਚੀ ਬਾਣੀ, ਪੂਰੇ ਗੁਰ ਤੇ ਸੁਣ ਤੇ ਪੁਨੀ ਕਹਤੇ ਪਵੇ। ਸਤਿਗੁਰ ਰਹਿਆ ਭਰਪੂਰੇ। ਉਸ ਰਾਤ ਕੋਈ ਦਾਈ ਦਾਇਆ, ਹਿੱਲੇ ਸਗਲ ਜਗਤ। ਨਾਚ ਧਰਮ ਅਦੂਰ, ਇਹ ਨੇੜੇ ਕਿ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ, ਜਿਉ ਪਿੰਡ ਸਭ